ਅੱਜ ਦਾ ਵਿਸ਼ਾ ਵਿਚਾਰ ਅਧੀਨ ਸੁਖਮਣੀ ਸਾਹਿਬ ਦੀ 14ਵੀਂ ਅਸ਼ਟਪਦੀ ਦੇ ਪਹਿਲੇ 4 ਪਦੇ ਔਰ ਸ਼ਲੋਕ ਵਿਚਾਰਨ ਦਾ ਯਤਨ ਕਰਾਂਗੇ। ਸ਼ਲੋਕ ਅੰਦਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿੰਦੇ ਹੇ ਸੁਰਜਨੋ, ਹੇ ਸਿਆਣੇ ਮਨੁੱਖੋ, ਤੁਸੀਂ ਜਿੱਥੇ ਹੋਰ ਬਹੁਤ ਕੁਝ ਤਜਿਆ, ਬਹੁਤ ਕੁਝ ਛੱਡਿਆ, ਗੁਰਬਾਣੀ ਵਿੱਚ ਤਜੋ ਸ਼ਬਦ ਦਾ ਅਰਥ ਹੈ ਤਿਆਗਣਾ, ਤਿਆਗ ਦੇਣਾ, ਛੱਡ ਦੇਣਾ। ਤਿਆਗ ਜਿਹੜਾ ਸ਼ਬਦ ਹੈ ਤੇ ਵਿਰਾਗ, ਇਹ ਇੱਕੋ ਅਵਸਥਾ ਦੇ ਦੋ ਨਾਮ ਹਨ। ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣਗੇ। ਤਿਆਗ ਜਿਹੜਾ ਹੈ, ਤਿਆਗ ਕਰਨ ਵਾਲਾ ਥੋੜ੍ਹਾ ਜਿਹਾ ਧੱਕਾ ਕਰਦਾ ਹੈ, ਜ਼ੋਰ ਲਾਉਂਦਾ ਹੈ। ਤਿਆਗ ਸ਼ਬਦ ਗਰਮ ਹੈ, ਤਿਆਗ ਸ਼ਬਦ ਠੰਡਾ ਨਹੀਂ, ਮਿੱਠਾ ਨਹੀਂ ਹੈ। ਤਿਆਗਣਾ ਕਠਿਨ ਹੈ, ਉਹਦੇ ਵਿੱਚ ਹਠ ਕੀਤਾ ਜਾਂਦਾ ਹੈ, ਉਹਦੇ ਵਿੱਚ ਮਨ ਤੋਂ ਉਲਟ ਬਗਾਵਤ ਕੀਤੀ ਜਾਂਦੀ, ਉਹਨੂੰ ਕਹਿੰਦੇ ਤਿਆਗ ਕਰਨਾ। ਗਰਮ ਹੈ ਸ਼ਬਦ ਇਹ, ਇਹਦੇ ਨਾਲ ਸਰੀਰ ਦੇ ਵਿੱਚ ਤਾਪ ਪੈਦਾ ਹੁੰਦਾ ਹੈ, ਗਰਦਿਸ਼ ਪੈਦਾ ਹੁੰਦੀ ਹੈ। ਤਪ ਤੇ ਤਿਆਗ ਦੋਵੇਂ ਇੱਕੋ ਜਿਹਾ ਸ਼ਬਦ। ਤਪਣਾ, ਜਿੱਥੇ ਸੰਘਰਸ਼ ਹੋਵੇਗਾ ਉੱਥੇ ਸਾਧ ਸੰਗਤ ਜੀ ਤਪਸ਼ ਹੋਵੇਗੀ ਜ਼ਰੂਰ। ਕਹਿੰਦੇ ਤੁਸੀਂ ਜਿੱਥੇ ਹੋਰ ਬਹੁਤ ਕੁਝ ਤਜਿਆ, ਤਿਆਗਿਆ ਹੈ, ਜੋ ਤੁਹਾਡਾ ਮਨ ਚਾਹੁੰਦਾ ਹੈ ਕਿ ਨਾ ਤਿਆਗਾਂ, ਨਾ ਛੱਡਾਂ, ਪਰ ਤੁਸੀਂ ਗੁਰੂ ਦੇ ਹੁਕਮ ਅਨੁਸਾਰ ਤਿਆਗ ਦਿੱਤਾ। ਜਿੱਥੇ ਤੁਸੀਂ ਨਸ਼ਾ ਤਿਆਗਿਆ ਹੈ, ਕਹਿੰਦੇ ਸੁਰਜਨੋ, ਹੇ ਸਿਆਣੇ ਮਨੁੱਖੋ, ਜਿੱਥੇ ਤੁਸੀਂ ਹੋਰ ਕਈ ਪ੍ਰਕਾਰ ਦੇ ਸੰਸਾਰ ਦੇ ਉਹ ਰਸ ਤਿਆਗ ਦਿੱਤੇ ਨੇ ਜਿਹੜੇ ਗੁਰੂ ਨੇ ਸਮਝਾਏ ਨੇ, ਉੱਥੇ ਹੁਣ ਇੱਕ ਹੋਰ ਚੀਜ਼ ਨੂੰ ਤਿਆਗ ਦਿਓ, ਉਹਨੂੰ ਕਹਿੰਦੇ ਨੇ ਸਿਆਣਪ। ਤਜੋ ਸਿਆਣਪ ਸੁਰਜਨੋ, ਇਹਨੂੰ ਵੀ ਛਡਾਇਆ ਜਾਂਦਾ ਹੈ। ਜਿਵੇਂ ਸ਼ਰਾਬ ਛਡਾਈ ਜਾਂਦੀ ਹੈ, ਸਿਆਣਪ ਵੀ ਇੱਕ ਸ਼ਰਾਬ ਹੈ। ਜਿਵੇਂ ਸ਼ਰਾਬ ਛਡਾਈ ਜਾਂਦੀ ਹੈ, ਇਵੇਂ ਇੱਥੇ ਸਿਆਣਪ ਵੀ ਛਡਾਈ ਜਾਂਦੀ। ਹੁਣ ਇੱਥੇ ਬੇਨਤੀ ਕਰਾਂ, ਕਈ ਥਾਵਾਂ 'ਤੇ ਸਤਿਗੁਰੂ ਕਹਿੰਦੇ ਨੇ ਸਿਆਣਾ ਬਣ, ਸਿਆਣਪ ਦੀ ਵਰਤੋਂ ਕਰ, ਆਪਣੀ ਮੱਤ ਦੀ ਵਰਤੋਂ ਕਰ, ਅਕਲੀ ਸਾਹਿਬ ਸੇਵੀਐ, ਅਕਲ ਦੀ ਵਰਤੋਂ ਕਰ। ਫਿਰ ਕਹਿੰਦੇ ਅਕਲ ਛੱਡ ਦੇ। ਇਹਨੂੰ ਸਮਝਣਾ ਅਤ ਜ਼ਰੂਰੀ ਹੈ। ਅਕਲ ਦੀ ਵਰਤੋਂ ਕਿੱਥੇ ਕਰਨੀ ਹੈ, ਸਿਆਣਪ ਦੀ ਵਰਤੋਂ ਕਿੱਥੇ ਕਰਨੀ ਹੈ ਤੇ ਕਿੱਥੇ ਇਹਨੂੰ ਤੋੜਨਾ ਹੈ। ਮੈਂ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂਗਾ, ਤਾਂ ਕਿ ਧਾਰਮਿਕ ਜਗਤ ਦਾ ਇਹ ਬਹੁਮੁੱਲਾ ਵਿਚਾਰ ਆਪ ਜੀ ਦੇ ਮਨ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਜਾਏ, ਸਮਝ ਆ ਜਾਏ ਕਿ ਇੱਕ ਧਾਰਮਿਕ ਮਨੁੱਖ ਸਿਆਣਪ ਦੀ ਵਰਤੋਂ ਕਰੇ, ਆਪਣੇ ਦਿਮਾਗ ਦੀ ਵਰਤੋਂ ਕਰੇ, ਆਪਣੇ ਧਿਆਨ ਦੀ ਵਰਤੋਂ ਕਰੇ ਇਸ ਕੰਮ ਵਿੱਚ ਜਾਂ ਨਾ ਕਰੇ। ਇਹ ਵੱਖਰੇ ਵੱਖਰੇ ਸਮੇਂ ਦੇ ਉੱਤੇ ਅਧੀਨ ਹੈ ਕਿ ਕਦੋਂ ਅਸੀਂ ਸਿਆਣਪ ਵਰਤਣੀ ਹੈ, ਕਿ ਕਦੋਂ ਇਹਨੂੰ ਛੱਡਣਾ ਹੈ। ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਬੇਨਤੀ ਕਰਾਂਗਾ, ਇੱਕ ਜ਼ਿਮੀਂਦਾਰ ਫਸਲ ਉਦੋਂ ਬੀਜਦਾ ਜਦੋਂ ਜ਼ਮੀਨ ਵੱਤਰ ਵਿੱਚ ਹੋਵੇ। ਗੁਰੂ ਰਾਮਦਾਸ ਕਹਿੰਦੇ ਵੀ ਨੇ, ਹੁਣ ਵੱਤੈ ਹਰ ਨਾਮ ਨਾ ਬੀਜਿਓ। ਹੁਣ ਵੱਤਰ ਹੈ, ਹੁਣ ਤੂੰ ਬੀਜ ਨਾਮ। ਵੱਤਰ ਦਾ ਮਤਲਬ ਤੁਸੀਂ ਸਮਝੋਗੇ। ਵੱਤਰ ਸ਼ਬਦ ਜਿਹੜਾ ਹੈ, ਜਦੋਂ ਜ਼ਿਮੀਂਦਾਰ ਨੇ ਫਸਲ ਬੀਜਣੀ ਹੋਵੇ, ਮੱਕੀ, ਕਣਕ ਆਦਿ, ਤੇ ਉਹਦਾ ਖੇਤ ਸੁੱਕਾ ਹੋਵੇ, ਪਹਿਲਾਂ ਉਹਨੂੰ ਪਾਣੀ ਨਾਲ ਭਰਦਾ ਹੈ, ਤੇ ਪਾਣੀ ਨਾਲ ਭਰਿਆ ਉਹ ਚਿੱਕੜ ਤੇ ਗਾਰੇ ਵਿੱਚ ਬਦਲ ਜਾਂਦੀ ਸਖਤੀ। ਫਿਰ ਉਹ ਸਹਿਜੇ ਸਹਿਜੇ ਸੁੱਕਦੀ ਜਾਂਦੀ ਹੈ, ਤੇ ਇੱਕ ਵਕਤ ਉਸ ਜ਼ਮੀਨ 'ਤੇ ਐਸਾ ਹੁੰਦਾ ਜਦੋਂ ਨਾ ਉਹ ਸਖਤ ਹੁੰਦੀ ਹੈ ਤੇ ਨਾ ਉਹ ਗਿੱਲੀ ਹੁੰਦੀ ਹੈ, ਨਾ ਉਹਦੇ ਵਿੱਚ ਧੂੜ ਉੱਡਦੀ ਹੈ ਤੇ ਨਾ ਉਹਦੇ ਵਿੱਚ ਗਾਰਾ ਤੇ ਮਿੱਟੀ ਹੁੰਦੀ। ਉਹਨਾਂ ਦੋਵਾਂ ਦੇ ਵਿਚਕਾਰ ਇੱਕ ਉਹਦੇ ਵਿੱਚ ਨਮੀ ਵੀ ਹੁੰਦੀ ਹੈ ਤੇ ਮਿੱਟੀ ਸੁੱਕੀ ਵੀ ਹੁੰਦੀ। ਉਹਨੂੰ ਕਹਿੰਦੇ ਵੱਤਰ ਆ ਗਏ ਜ਼ਮੀਨ।
ਇਹ ਹੁਣ ਵੱਤਰ ਨੂੰ ਸਮਝਣਾ ਬੜਾ ਜ਼ਰੂਰੀ ਹੈ। ਅਸੀਂ ਵੱਤਰ ਤੋਂ ਬਿਨਾਂ ਬੀਜ ਦਿੰਦੇ ਹਾਂ, ਜਾਂ ਤੇ ਗਿੱਲਾ ਗਾਰਾ ਹੁੰਦਾ ਉਹਦੇ ਵਿੱਚ ਬੀਜ ਦਿੰਦੇ ਹਾਂ, ਜਾਂ ਸੁੱਕੀ ਵਿੱਚ ਬੀਜੀ ਜਾਂਦੇ ਹਾਂ। ਜਿਹਨੂੰ ਵੱਤਰ ਦਾ ਪਤਾ ਨਾ ਲੱਗਾ ਉਹ ਬੜੀ ਵਾਰੀ ਬੀਜੇਗਾ ਤੇ ਉੱਗੇਗਾ ਨਹੀਂ। ਹੁਣ ਇੱਥੇ ਧਿਆਨ ਦੇਣਾ, ਮੈਂ ਸਿਆਣਪ ਦੀ ਸਿਰਫ ਥੋੜ੍ਹੀ ਜਿਹੀ ਗੱਲ ਕਰਾਂਗਾ ਵੀ ਸਿਆਣਪ ਦੀ ਲੋੜ ਹੈ ਕਿ ਨਹੀਂ ਧਰਮ ਦੇ ਜਗਤ ਵਿੱਚ। ਜ਼ਰੂਰ ਲੋੜ ਹੈ। ਆਦਮੀ ਨੂੰ ਕਿਤੇ ਨਾ ਕਿਤੇ ਸਮਝਣਾ ਪਏਗਾ। ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਕਹਿੰਦੇ ਨੇ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਹੇ ਕਮਲੇ ਮਨ, ਤੂੰ ਸਮਝਣ ਦਾ ਯਤਨ ਕਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਅਜ ਹੂੰ ਸਮਝ ਕਛ ਬਿਗੜਿਓ ਨਾਹਿਨ ਭਜ ਲੈ ਰਾਮ ਮੁਰਾਰ। ਇੱਥੇ ਫਿਰ ਸਮਝਣ ਦੀ ਗੱਲ ਕਰਦੇ ਨੇ। ਫਿਰ ਸੱਚੇ ਪਾਤਸ਼ਾਹ ਜੀ ਹੋਰ ਕਈ ਥਾਵਾਂ ਤੇ ਇਹ ਤਾਕੀਦ ਕਰਨਗੇ, ਇਹ ਹਦਾਇਤ ਕਰਨਗੇ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ, ਮਨ ਜਾਣਤ ਸਭ ਬਾਤ ਜਾਣਤ ਹੀ ਅਵਗੁਣ ਕਰੈ। ਇਹ ਵੀ ਸਮਝਦਾਰੀ ਦੀ ਗੱਲ ਕੀਤੀ ਗਈ। ਕਈ ਹੋਰ ਥਾਵਾਂ ਤੇ ਇਸ ਤਰ੍ਹਾਂ ਦੇ ਬਚਨ ਕਹਿਣਗੇ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਥਾਵਾਂ ਤੇ ਇਸ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਸਮਝਣ ਯੋਗ ਹੈ, ਤੂੰ ਆਪਣੀ ਸਿਆਣਪ ਦੀ ਵਰਤੋਂ ਕਰ। ਪਰ ਅੱਜ ਇਹਦੇ ਬਿਲਕੁਲ ਵਿਰੋਧ ਵਿੱਚ ਕਿਹਾ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਤਜੋ ਸਿਆਣਪ ਸੁਰਜਨੋ, ਸਿਆਣਪ ਨੂੰ ਛੱਡੋ। ਹੁਣ ਮੈਂ ਉਦਾਹਰਨ ਸਾਂਝੀ ਕਰਾਂਗਾ, ਕਿੱਥੇ ਛੱਡਣੀ ਸਿਆਣਪ। ਸਾਡੀ ਜਿਹੜੀ ਸੰਸਾਰ ਦੀ ਦਿੱਤੀ ਹੋਈ ਸਿਆਣਪ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਜ਼ਮੀਨ ਬੜੀ ਸਖਤ ਹੋਵੇ, ਉਹਦੇ ਵਿੱਚ ਉੱਗੇਗਾ ਕੀ? ਤਾਂ ਜ਼ਿਮੀਂਦਾਰ ਪਹਿਲਾਂ ਉਹਨੂੰ ਪਾਣੀ ਨਾਲ ਭਰ ਦਿੰਦਾ ਹੈ, ਪਾਣੀ ਨਾਲ ਭਰ ਕੇ ਉਸ ਦੀ ਸਖਤੀ ਤੋੜਦਾ ਹੈ, ਉਹਦੇ ਵਿੱਚ ਗਿੱਲਾਪਣ ਪੈਦਾ ਕਰਦਾ, ਉਹਦੇ ਵਿੱਚ ਨਰਮਾਈ ਪੈਦਾ ਕਰਦਾ। ਪਰ ਉਦੋਂ ਉਹਦੇ ਵਿੱਚ ਫਸਲ ਨਹੀਂ ਬੀਜਦਾ, ਕਿਉਂਕਿ ਇੰਨੀ ਨਰਮਾਈ ਦੇ ਵਿੱਚ, ਇੰਨੇ ਗਾਰੇ ਵਿੱਚ ਵੀ ਬੀਜ ਨਹੀਂ ਉੱਗਦਾ, ਉਹ ਉੱਥੇ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਪੂਰਾ ਗੁਰੂ ਜਦੋਂ ਸਾਡੇ ਜੀਵਨ ਦੇ ਵੱਲ ਝਾਤੀ ਪਾਉਂਦਾ ਹੈ ਤੇ ਉਹ ਸਾਡੇ ਮਨ ਵੱਲ ਵਹਿੰਦਾ ਹੈ ਤੇ ਬੜਾ ਸਖਤ ਪੱਥਰ ਹੈ। ਇਹ ਤੇ ਹੰਕਾਰ ਤੇ ਸਿਆਣਪ ਨਾਲ ਭਰਿਆ ਪਿਆ, ਨਿਮਰਤਾ ਤੇ ਨਮੀ ਵੱਤਰ ਤੇ ਇਹਦੇ ਮਨ ਵਿੱਚ ਹੈ ਹੀ ਕੋਈ ਨਹੀਂ। ਹੁਣ ਇਹਦੇ ਵਿੱਚ ਨਮੀ ਕੋਈ ਨਹੀਂ ਤੇ ਬੀਜ ਪਾਇਆ ਖਰਾਬ ਹੋ ਜਾਏਗਾ। ਫਿਰ ਪੂਰਾ ਗੁਰੂ ਕੀ ਕਰਦੇ ਨੇ? ਗੁਰੂ ਗ੍ਰੰਥ ਸਾਹਿਬ ਸਿੱਖ ਦੇ ਮਨ ਦੇ ਵਿੱਚ ਉਹਦੀ ਸਖਤੀ ਨੂੰ ਤੋੜਨ ਦਾ ਯਤਨ ਕਰਦੇ ਨੇ, ਉਹਨੂੰ ਆਪਣੀ ਬਖਸ਼ਿਸ਼ ਦੇ ਪਾਣੀ ਨਾਲ ਭਰ ਦਿੰਦੇ ਨੇ। ਜਿਵੇਂ ਜ਼ਿਮੀਂਦਾਰ ਆਪਣੇ ਖੇਤ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਭਰਦਾ ਹੈ, ਉਹਨੂੰ ਕਹਿੰਦੇ ਨੇ ਸਿਆਣਪ ਛੱਡ, ਆਕੜ ਛੱਡ, ਹੰਕਾਰ ਛੱਡ, ਛੱਡ ਦੇ ਆਪਣੀਆਂ ਤਰਕੀਬਾਂ ਸਾਰੀਆਂ। ਇੱਕ ਵਾਰੀ ਤੂੰ ਇੱਥੇ ਆ ਜਾ ਵੀ ਹੱਥ ਖੜੇ ਕਰਕੇ ਕਹਿ ਦੇ ਮੈਨੂੰ ਕੱਖ ਨਹੀਂ ਪਤਾ, ਮੈਨੂੰ ਕੁਝ ਨਹੀਂ ਆਉਂਦਾ। ਇੱਕ ਵਾਰੀ ਗੁਰੂ ਨੇ ਇੱਥੇ ਲਿਆਉਣਾ ਹੁੰਦਾ, ਇੱਕ ਵਾਰੀ ਉਹਦੇ ਅੰਦਰੋਂ ਸਾਰੀਆਂ ਚੀਜ਼ਾਂ ਕੱਢਣੀਆਂ ਹੁੰਦੀਆਂ ਕਿ ਇੱਥੋਂ ਤੱਕ ਸਿੱਖ ਨੂੰ ਲੈ ਕੇ ਜਾਣਾ ਵੀ ਜੇ ਉਹ ਸਹੀ ਕੰਮ ਵੀ ਕਰੇ ਤੇ ਗੁਰੂ ਕਵੇ ਤੂੰ ਗਲਤ ਕੀਤਾ ਹੈ, ਉਹ ਸਿੱਧ ਨਾ ਕਰੇ ਅੱਗੋਂ। ਉਹ ਕਵੇ ਨਾ ਕਿ ਮੈਂ ਸਿੱਧ ਠੀਕ ਹਾਂ, ਨਹੀਂ, ਉਹ ਮੰਨ ਜਾਏ ਕਿ ਮੈਂ ਗਲਤ ਕੀਤਾ। ਬਾਹਰੋਂ ਨਹੀਂ, ਕੇਵਲ ਸ਼ਬਦੀ ਤੌਰ ਤੇ ਨਹੀਂ, ਅੰਦਰੋਂ ਗਹਿਰੇ ਮਨ ਵਿੱਚੋਂ ਮੰਨ ਜਾਏ ਕਿ ਵਾਕਈ ਮੈਂ ਗਲਤ ਕੀਤਾ। ਜਿਵੇਂ ਤੁਸੀਂ ਇਤਿਹਾਸ ਦੀਆਂ ਘਟਨਾਵਾਂ ਵਹਿੰਦੇ ਹੋ, ਗੁਰੂ ਸਾਹਿਬ ਕਹਿੰਦੇ ਸਨ, ਭਾਈ ਲਹਿਣੇ ਨੂੰ ਕਈ ਵਾਰੀ ਕਿਹਾ ਵੀ ਰਾਤ ਨੂੰ ਕਿਹਾ ਹੈ ਦਿਨ। ਪਹਿਲਾਂ ਤੇ ਸਮਝ ਸ਼ਾਇਦ ਆਈ ਕਿ ਨਾ ਆਈ, ਫਿਰ ਬਾਅਦ ਵਿੱਚ ਪਤਾ ਲੱਗਾ ਵੀ ਰਾਤ ਨੂੰ ਦਿਨ ਹੀ ਕਹਿਣਾ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਾਤ ਨੂੰ ਦਿਨ ਕਹਿਣਾ, ਇਹ ਹੈ ਮਨ ਨੂੰ ਵੱਤਰ ਲਿਆਉਣ ਦੀ ਪ੍ਰਕਿਰਿਆ। ਜਿੰਨਾ ਚਿਰ ਅਸੀਂ ਜੋ ਗੁਰ ਕਹੈ ਸੋਈ ਭਲ ਮਾਨੋ ਦੇ ਕਨਸੈਪਟ ਤੇ ਕੰਮ ਨਹੀਂ ਕਰਦੇ, ਖਿਆਲ ਰੱਖਣਾ। ਸ਼ੁਰੂ ਵਿੱਚ ਇਹ ਵੀ ਨਾ ਵੇਖਣਾ ਵੀ ਠੀਕ ਕੀ ਹੈ ਤੇ ਗਲਤ ਕੀ ਹੈ। ਵਿਗਿਆਨਕ ਨਾ ਹੋਣਾ, ਸਿੱਖ ਬਣਨਾ। ਅਸੀਂ ਵਿਗਿਆਨਕ ਨਹੀਂ, ਸਾਇੰਸਦਾਨ ਨਹੀਂ ਹਾਂ, ਸਿੱਖ ਹਾਂ। ਵਿਗਿਆਨ ਅੱਗੇ ਜਾ ਕੇ ਆਏਗਾ ਜਦੋਂ ਅਸੀਂ ਸਿੱਖ ਬਣ ਜਾਵਾਂਗੇ। ਖਿਆਲ ਰੱਖਣਾ, ਵਿਗਿਆਨ ਹੈ ਧਰਮ ਦੇ ਵਿੱਚ। ਅੱਜ ਜਿੰਨਾ ਵਿਗਿਆਨ ਸੰਸਾਰ ਵਿੱਚ, ਇਹ ਸਾਰੇ ਧਾਰਮਿਕ ਪੁਰਸ਼ਾਂ ਦੀ ਪਕੜ ਵਿੱਚ ਪਹਿਲਾਂ ਆ ਚੁੱਕਾ ਹੈ। ਪਰ ਜਦੋਂ ਬੰਦਾ ਆਰੰਭ ਵਿੱਚ ਆਉਂਦਾ ਹੈ ਨਾ, ਉਦੋਂ ਵਿਗਿਆਨਕ ਬਣ ਕੇ ਨਾ ਆਵੇ ਵੀ ਸੁਣੀਏ ਭਲਾ ਵਿੱਚੋਂ ਕਿਹੜੀ ਠੀਕ ਹੈ ਤੇ ਕਿਹੜੀ ਗਲਤ। ਥੋੜ੍ਹਾ ਜਿਹਾ ਸੁਣ ਕੇ ਫਿਰ ਕਹੀਏ ਹਾਂ ਇਹ ਤੇ ਰੋਜ਼ ਹੀ ਕਹਿੰਦੇ ਨੇ, ਇਸੇ ਤਰ੍ਹਾਂ ਹੀ ਚੱਲਦਾ। ਉਹ ਵਿਗਿਆਨਕ ਹੈ, ਉਹ ਸਿੱਖ ਨਹੀਂ ਹੁੰਦਾ।
ਪਹਿਲਾਂ ਉਹ ਸਿੱਖ ਬਣ ਕੇ ਆਵੇ, ਤੇ ਜਦੋਂ ਸਿੱਖ ਹੋਏਗਾ ਬਣ ਜਾਏਗਾ ਤੇ ਇੱਕ ਵਿਗਿਆਨ ਉਹਨੂੰ ਪਤਾ ਲੱਗ ਜਾਏਗਾ, ਉਹਦੇ ਵਿੱਚੋਂ ਫਿਰ ਸਿਆਣਪ ਪੈਦਾ ਹੋਵੇਗੀ। ਤਾਂ ਇਸ ਤਰ੍ਹਾਂ ਪਹਿਲਾਂ ਗੁਰੂ ਆਪਣੀ ਬਖਸ਼ਿਸ਼ ਦਾ ਪਾਣੀ ਭਰਦਾ ਸਿੱਖ ਦੇ ਸਖਤ ਮਨ ਤੇ, ਉਹਨੂੰ ਕਹਿੰਦਾ ਤੈਨੂੰ ਕੱਖ ਪਤਾ ਨਹੀਂ। ਤੇ ਜਦੋਂ ਗੁਰਸਿੱਖ ਅੰਦਰੋਂ ਮੰਨ ਜਾਂਦਾ ਨਾ ਕਿ ਵਾਕਈ ਮੇਰਾ ਗਿਆਨ ਲੰਗੜਾ ਹੈ, ਵਾਕਈ ਮੇਰਾ ਗਿਆਨ ਅੰਧਾ ਹੈ, ਪਿੰਗਲਾ ਹੈ, ਇਹ ਤਾਂ ਦੂਰ ਤੱਕ ਜਾਂਦਾ ਹੀ ਨਹੀਂ, ਉਸ ਵੇਲੇ ਉਹਦੀ ਹਉਮੈ ਟੁੱਟ ਜਾਂਦੀ। ਤੇ ਜਦੋਂ ਹਉਮੈ ਟੁੱਟ ਜਾਂਦੀ ਫਿਰ ਮਨ ਵੱਤਰ ਵਿੱਚ ਆ ਜਾਂਦਾ। ਹੁਣ ਉਸ ਵਕਤ ਵੱਤਰ ਵਿੱਚ ਆਏ ਮਨ ਵਿੱਚ ਪੂਰਾ ਗੁਰੂ ਨਾਮ ਦਾ ਬੀਜ ਪਾ ਦਿੰਦਾ। ਫਿਰ ਉਹ ਨਾਮ ਦੇ ਬੀਜ ਨੂੰ ਅੱਗੇ ਪਾਲਣਾ ਹੁੰਦਾ। ਉਦੋਂ ਸਿੱਖ ਦੀ ਸਿਆਣਪ ਕੰਮ ਕਰਦੀ, ਉੱਥੇ ਉਹਨੂੰ ਸਿਆਣਪ ਦੀ ਲੋੜ ਪੈਂਦੀ। ਉਹਨੇ ਵੇਖਣਾ ਹੈ, ਕੋਖਣਾ ਹੈ, ਉੱਥੇ ਜਾ ਕੇ ਉਹ ਮਿਹਨਤ ਕਰਦਾ ਤੇ ਫਿਰ ਉਹਦੀ ਜ਼ਿੰਦਗੀ ਵਿੱਚ ਉਹ ਨਾਮ ਦਾ ਬੂਟਾ ਜਿਹੜਾ ਉੱਗਦਾ ਹੈ, ਉਹਨੂੰ ਫਲ ਫੁੱਲ ਲੱਗਦਾ। ਗੁਰੂ ਤੋਂ ਪੁੱਛ ਕੇ ਉਹਦੀ ਪਰਵਰਿਸ਼ ਕਰੀ ਜਾਂਦਾ। ਇੱਥੇ ਜੋ ਗੁਰੂ ਅਰਜਨ ਦੇਵ ਸ਼ੁਰੂ ਵਿੱਚ ਕਹਿੰਦੇ ਨੇ, ਇਹ ਆਰੰਭਕ ਦੁਨੀਆ ਹੈ, ਜਿੱਥੇ ਜਾ ਕੇ ਕਹਿੰਦੇ ਸਿਆਣਪ ਨੂੰ ਛੱਡ ਦੇ, ਸਿਆਣਪ ਨੂੰ ਤਿਆਗ ਬੜਾ ਜ਼ਰੂਰੀ ਹੈ। ਆਪਣੀ ਸਾਰੀ ਚਲਾਕੀ, ਅੰਦਰ ਦਾ ਇਕੱਠਾ ਕੀਤਾ ਹੋਇਆ ਗਿਆਨ ਜੋ ਕਿ ਬਾਹਰੋਂ ਉਧਾਰ ਲਿਆ ਗਿਆ, ਪਰਿਵਾਰ ਵਿੱਚੋਂ, ਸੰਸਾਰ ਵਿੱਚੋਂ, ਸਕੂਲ ਵਿੱਚੋਂ, ਯੂਨੀਵਰਸਿਟੀ ਵਿੱਚੋਂ, ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗਿਆਨ ਨੇ ਜਿਹੜੇ ਅਧੂਰੇ ਨੇ, ਅੱਧੇ ਨੇ। ਉਹਨਾਂ ਨੂੰ ਇੱਕ ਪਾਸੇ ਰੱਖ ਦੇ, ਸੰਸਾਰ ਦੇ ਗਿਆਨ ਨੂੰ ਇੱਕ ਸਾਈਡ ਤੇ ਰੱਖ ਕੇ ਧਰਮ ਦਾ ਗਿਆਨ ਹਾਸਲ ਕਰ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ। ਫਿਰ ਤੈਨੂੰ ਉਸ ਗਿਆਨ ਜਿਹੜਾ ਸੰਸਾਰ ਦਾ ਹੈ ਉਹਦੀ ਵਰਤੋਂ ਕਰਨ ਦੀ ਵੀ ਜਾਚ ਆ ਜਾਏਗੀ, ਕਿਵੇਂ ਕਰਨਾ ਹੈ। ਇਸ ਕਰਕੇ ਪਹਿਲੀ ਜਿਹੜੀ ਇਸ ਮਾਰਗ ਦੇ ਉੱਤੇ ਸਾਧ ਸੰਗਤ ਜੀ ਐਂਟਰੀ ਹੈ ਇਸ ਦੁਨੀਆ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਇਹਦੀ ਪਹਿਲੀ ਜਿਹੜੀ ਕਲਾਸ ਹੈ ਉਹ ਸਿਆਣਪ ਛੱਡਣ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਵਿਅਕਤੀ ਦੀ ਸਿਆਣਪ ਨੂੰ ਭੰਨਿਆ ਜਾਂਦਾ, ਤੋੜਿਆ ਜਾਂਦਾ ਹੈ, ਉਸ ਨੂੰ ਪਾਣੀ ਬਣਾਇਆ ਜਾਂਦਾ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਤਜੋ ਸਿਆਣਪ ਸੁਰ ਜਾਨੋ, ਹੇ ਸਿਆਣੇ ਮਨੁੱਖੋ, ਹੇ ਭਲੇ ਪੁਰਸ਼ੋ, ਤੁਸੀਂ ਆਪਣੀ ਸਿਆਣਪ ਨੂੰ ਪਹਿਲਾਂ ਤਿਆਗ ਦਿਓ, ਵਿੱਚੋਂ ਕੱਢ ਦਿਓ, ਮਨ ਨੂੰ ਖਾਲੀ ਕਰੋ, ਪਹਿਲਾਂ ਥਾਂ ਬਣਾਓ ਜਿਹਦੇ ਵਿੱਚ ਬਖਸ਼ਿਸ਼ ਪੈਣੀ। ਤੇ ਉਹਦੇ ਤੋਂ ਬਾਅਦ ਕੀ ਕਰੋ, ਕਹਿੰਦੇ ਸਿਮਰੋ ਹਰ ਹਰ ਰਾਏ, ਉਸ ਰਾਜੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਜਿਹੜਾ ਸਿਆਣਪ ਛੱਡ ਕੇ ਕਰੋ, ਐਸੀ ਦਸ਼ਾ ਵਿੱਚ ਕਰੋ। ਇਹ ਜੁਗਤੀ ਦੱਸੀ ਇੱਕ ਪੰਕਤੀ ਵਿੱਚ ਕਿ ਜਦੋਂ ਤੁਸੀਂ ਸਿਮਰਨ ਕਰੋ ਉਦੋਂ ਸਿਆਣਪ ਦੀ ਵਰਤੋਂ ਨਾ ਕਰੋ, ਖਿਆਲ ਰੱਖਣਾ, ਕਿਉਂਕਿ ਅਸੀਂ ਉੱਥੇ ਸਿਆਣਪ ਦੀ ਵਰਤੋਂ ਕਰਦੇ ਰਹਿੰਦੇ ਹਾਂ, ਵਿੱਚ ਪੈਰ ਅੜਾ ਕੇ ਰੱਖਦੇ ਹਾਂ, ਨਾਲੇ ਰਸ ਭਾਲਦੇ ਹਾਂ। ਵੇਖੋ ਵਿਚਾਰਧਾਰਾ ਵਿੱਚ ਰਸ ਕਿੱਥੇ ਆਵੇਗਾ? ਤੁਸੀਂ ਕਦੀ ਵੇਖਿਆ ਹੋਣਾ ਹੈ, ਰੱਬ ਦਾ ਰਸ ਤੇ ਬੜੀ ਦੂਰ ਹੈ। ਬੜੇ ਸੱਜਣ ਮਿਲਦੇ ਨੇ, ਕਹਿੰਦੇ ਅਰਥ ਸਮਝ ਸਮਝ ਕੇ ਪਾਠ ਕਰੀਦਾ, ਰਸ ਨਹੀਂ ਆਉਂਦਾ ਸਮਝ ਸਮਝ ਕੇ। ਮੈਂ ਕਿਹਾ ਵੀ ਪਹਿਲਾਂ ਚੰਗੀ ਤਰ੍ਹਾਂ ਸਮਝ ਲਓ ਤੇ ਫਿਰ ਨਿਰਵਿਚਾਰ ਹੋ ਕੇ ਬਾਣੀ ਪੜ੍ਹੋ, ਸਿੱਧੀ ਸਮਝ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਕੇ ਪੜ੍ਹੋ, ਰਸ ਆਉਣ ਦੀ ਸੰਭਾਵਨਾ ਫਿਰ ਹੈ। ਜਿੱਥੇ ਵਿਚਾਰ ਚੱਲਦੇ ਨੇ ਉੱਥੇ ਰਸ ਦਾ ਕੀ ਕੰਮ? ਤੁਸੀਂ ਕਦੀ ਵੇਖੋ ਸੰਸਾਰ ਵਿੱਚ ਰਸ ਕਦੋਂ ਆਉਂਦਾ ਹੈ? ਜਦੋਂ ਬੰਦੇ ਦੇ ਵਿਚਾਰ ਬੰਦ ਹੁੰਦੇ ਨੇ। ਆਪਾਂ ਪ੍ਰਸ਼ਾਦਾ ਛਕਦੇ ਛਕਦੇ ਜਦੋਂ ਉਹਦੇ ਸਵਾਦ ਵਿੱਚ ਜਾਂਦੇ ਆ ਨਾ, ਰਸ ਵਿੱਚ, ਉਦੋਂ ਵਿਚਾਰ ਇਕੱਠੇ ਹੋ ਕੇ ਇਕਾਗਰ ਹੋ ਜਾਂਦਾ ਮਨ ਪ੍ਰਸ਼ਾਦੇ ਦੇ ਰਸ ਤੇ। ਜਦੋਂ ਉਸ ਰਸ ਤੇ ਕੇਂਦਰ ਬਿੰਦੂ ਦੇ ਉੱਤੇ ਇਕਾਗਰ ਹੁੰਦਾ ਹੈ ਤੇ ਸਵਾਦ ਤਾਂ ਆਉਂਦਾ ਹੈ। ਜੇ ਉਹ ਪ੍ਰਸ਼ਾਦਾ ਛਕਦਿਆਂ ਕੋਈ ਵਿਚਾਰ ਆ ਜਾਏ, ਕੋਈ ਚਿੰਤਾ ਜਾਗ ਪਏ, ਤੇ ਪ੍ਰਸ਼ਾਦੇ ਦਾ ਰਸ ਨਾਲ ਹੀ ਅਲੋਪ ਹੋ ਗਿਆ। ਇਹ ਤੇ ਸੰਸਾਰਿਕ ਰਸ ਹੈ ਨਾ। ਕਿੰਨੇ ਰਸ ਨੇ ਸਰੀਰ ਦੇ, ਜਿੰਨੇ ਰਸ ਨੇ ਨਿਰਵਿਚਾਰ, ਵਿਚਾਰਾਂ ਤੋਂ ਉੱਚੇ ਉੱਠੇ ਆਉਂਦੇ ਨੇ। ਜਿੱਥੇ ਵਿਚਾਰ ਆ ਜਾਣ ਸਰੀਰ ਦਾ ਰਸ ਖਤਮ ਹੋ ਜਾਂਦਾ, ਟੁੱਟ ਜਾਂਦਾ। ਹੁਣ ਮੈਂ ਉਹਨਾਂ ਨੂੰ ਗਿਣਨਾ ਨਹੀਂ ਚਾਹਾਂਗਾ, ਲੰਬਾ ਇੱਕ ਬਣ ਜਾਏਗਾ ਪ੍ਰਸੰਗ। ਸਰੀਰ ਦੇ ਜਿੰਨੇ ਰਸ ਨੇ ਉਹ ਬੁੱਧੀ ਤੋਂ ਪਾਰ ਜਾ ਕੇ ਆਉਂਦੇ ਨੇ। ਬੁੱਧੀ ਉੱਥੇ ਕੰਮ ਛੱਡ ਜਾਂਦੀ। ਜਦੋਂ ਬੁੱਧੀ ਕੰਮ ਕਰਦੀ, ਰਸ ਅਲੋਪ ਹੋ ਜਾਂਦਾ। ਫਿਰ ਅਕਾਲ ਪੁਰਖ ਦਾ ਜਿਹੜਾ ਰਸ ਹੈ, ਉਹਦੇ ਨਾਮ ਦਾ ਰਸ, ਜੇ ਅਸੀਂ ਚਾਹੀਏ ਵੀ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਮਝ ਕੇ ਸਿਆਣੇ ਹੋ ਕੇ ਵਿਆਕਰਨ ਨਾਲ ਰੱਖੀ ਹੋਵੇ ਤੇ ਸਮਝ ਆ ਜਾਏਗੀ। ਇਹਦੇ ਵਿੱਚ ਐਵੇਂ ਸਮਾਂ ਨਾ ਲਾਉਣਾ, ਇਸ ਤਰ੍ਹਾਂ ਰਸ ਕੋਈ ਨਹੀਂ ਆਉਂਦਾ। ਰਸ ਆਉਂਦਾ ਜਿੱਥੇ ਵਿਚਾਰਾਂ ਤੋਂ ਬੰਦਾ ਅੱਗੇ ਚਲਾ ਜਾਏ,
ਉੱਥੇ ਰਸ। ਹਾਂ ਜੇ ਸਮਝਣਾ ਹੈ, ਪਹਿਲੀ ਕਲਾਸ ਸਮਝਣ ਦੀ ਚੰਗੀ ਤਰ੍ਹਾਂ ਪੂਰੀ ਕਰ ਲੈਣੀ ਚਾਹੀਦੀ, ਚੰਗੀ ਤਰ੍ਹਾਂ ਕੋਖ ਲੈਣਾ ਚਾਹੀਦਾ ਗੁਰਬਾਣੀ ਕੀ ਕਹਿ ਰਹੀ ਕਿਵੇਂ ਹੈ। ਪਰ ਜਦੋਂ ਅਸੀਂ ਉਹਦੇ ਵਿੱਚ ਲੀਨ ਹੋਣਾ ਹੈ, ਉਹਦੇ ਵਿੱਚ ਡੁੱਬਣਾ ਹੈ, ਜਿਵੇਂ ਇੱਕ ਤੈਰਾਕ ਜਿਹੜਾ ਪਾਣੀ ਵਿੱਚ ਤਰਦਾ ਹੈ, ਉਹ ਪਾਣੀ ਵਿੱਚ ਉਤਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਂਦਾ ਤਰੀ ਦਾ ਕਿਵੇਂ ਹੈ, ਪਾਣੀ ਵਿੱਚ ਕਿਵੇਂ ਉਤਰਨਾ ਹੈ, ਇਹ ਨਦੀ ਕਿੰਨੀ ਕੁ ਡੂੰਘੀ ਹੈ, ਇਹ ਕਿੱਧਰ ਜਾ ਰਹੀ ਹੈ, ਕਿੱਧਰੋਂ ਆ ਰਹੀ ਹੈ। ਪਰ ਜਦੋਂ ਵਿੱਚ ਛਾਲ ਲਾਉਂਦਾ ਉਦੋਂ ਨਹੀਂ ਕੋਈ ਸਮਝਦਾ, ਉਦੋਂ ਸਿਰਫ ਛਾਲ ਲਾਉਂਦਾ ਇਕੱਲੀ। ਹਾਂ ਇਹ ਗੱਲ ਪੱਕੀ, ਇਹ ਬੰਦਾ ਸਾਰੀ ਉਮਰ ਤਰਨ ਬਾਰੇ ਸਮਝੀ ਜਾਏ ਨਾ, ਕਿਨਾਰੇ ਤੇ ਬੈਠ ਕੇ ਸਮਝੀ ਜਾਏ, ਲੋਕਾਂ ਤੋਂ ਸੁਣੀ ਜਾਏ ਕਿਵੇਂ ਤਰੀਦਾ ਹੈ, ਕਿਵੇਂ ਹੱਥ ਪੈਰ ਮਾਰੀਦੇ ਨੇ, ਕਿਵੇਂ ਡੁੱਬਣ ਤੋਂ ਬਚੀਦਾ ਹੈ। ਸਾਧ ਸੰਗਤ ਤਰਨ ਦੀ ਜਾਂਚ ਉਹਨਾਂ ਚਿਰ ਨਹੀਂ ਆਉਣੀ ਜਿੰਨਾ ਚਿਰ ਬੰਦਾ ਪਾਣੀ ਵਿੱਚ ਨਾ ਉਤਰਿਆ, ਉਹਨਾਂ ਚਿਰ ਤਰਨ ਦੀ ਜਾਂਚ ਨਹੀਂ ਆਏਗੀ। ਵਿੱਚ ਉਤਰੇਗਾ ਤੇ ਜਾਂਚ ਆਏਗੀ। ਬੜੇ ਲੋਕ ਨੇ ਜਿਹੜੇ ਗੁਰਬਾਣੀ ਦੇ ਕਿਨਾਰੇ ਤੇ ਬਹਿ ਕੇ ਸਮਝਦੇ ਰਹਿੰਦੇ ਸਾਰੀ ਉਮਰ ਕਿਵੇਂ ਤਰਨਾ ਹੈ, ਕਿਵੇਂ ਉਤਰਨਾ, ਵਿੱਚ ਸਮਝ ਕੇ ਉਹਨਾਂ ਨੂੰ ਫਿਰ ਵਿੱਚ ਤੇ ਉਤਰਨਾ ਨਹੀਂ ਆਇਆ, ਕਿਉਂਕਿ ਉਹ ਤੇ ਸਾਧ ਸੰਗਤ ਮਰਜੀਵੜੇ ਲੋਕਾਂ ਦੀ ਗੱਲ ਹੈ। ਖਤਰਾ ਮੁੱਲ ਲੈਣਾ, ਕੁਝ ਨਾ ਕੁਝ ਡੁਬਕੀਆਂ ਲੱਗ ਵੀ ਸਕਦੀਆਂ, ਔਰ ਨਾਲ ਤੈਰਾਕ ਚਾਹੀਦੇ ਜਿਹਨੇ ਤਰਨਾ ਸਿੱਖਣਾ, ਨਹੀਂ ਤੇ ਡੁੱਬੇਗਾ ਆਦਮੀ। ਤਾਂ ਇਹ ਤੇ ਉਤਰਦੇ ਨਹੀਂ, ਉਹ ਇਕੱਲੇ ਨੇ। ਉਹਨਾਂ ਨੇ ਸਾਧ ਸੰਗਤ ਤਾਂ ਕੀਤੀ ਹੈ ਨਹੀਂ, ਉਹਨਾਂ ਨੇ ਕਦੀ ਉਹਨਾਂ ਲੋਕਾਂ ਦੀ ਸੰਗਤ ਤੇ ਕੀਤੀ ਨਹੀਂ ਜਿਹੜੇ ਪਹਿਲਾਂ ਕਈ ਵਾਰੀ ਤਰੇ ਨੇ। ਇਸ ਕਰਕੇ ਉਹ ਪਾਣੀ ਵਿੱਚ ਉਤਰਦੇ ਨਹੀਂ, ਉਹ ਧਰਮ ਵਿੱਚ ਪ੍ਰਵੇਸ਼ ਨਹੀਂ ਕਰਦੇ, ਬਾਹਰੋਂ ਪੜੀ ਜਾਂਦੇ ਨੇ ਬਹਿ ਕਿਨਾਰੇ ਤੇ। ਫਿਰ ਵਿੱਚ ਤੇ ਵੜਿਆ ਨਹੀਂ ਜਾਂਦਾ, ਉਹ ਆਪਣੀ ਕਲਪਨਾ ਦੇ ਵਿੱਚ ਆਪਣੀ ਸਮੁੰਦਰ ਬਣਾ ਲੈਂਦੇ ਨੇ, ਆਪਣੀ ਨਹਿਰ, ਆਪਣੀ ਡਰਾਇੰਗ ਰੂਮ ਦੇ ਵਿੱਚ ਸੱਚਖੰਡ ਸਾਰਾ ਕੁਝ ਉੱਥੇ ਤਰ ਲੈਂਦੇ ਨੇ। ਬਸ ਇਸੇ ਤਰ੍ਹਾਂ ਉਹਨਾਂ ਦਾ ਜੀਵਨ ਬੀਤ ਜਾਂਦਾ ਹੈ। ਤਾਂ ਸਭ ਤੋਂ ਪਹਿਲੀ ਗੱਲ, ਸਿਆਣਪ ਨੂੰ ਛੱਡਣ ਦਾ ਮਤਲਬ ਹੈ ਕਿ ਤੂੰ ਆਪਣੇ ਗੁਰੂ ਤੇ ਭਰੋਸਾ ਕਰਕੇ ਜੋ ਕੁਝ ਕਿਹਾ ਜਾ ਰਿਹਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਰ ਤੇ ਉਹਦਾ ਸਿਮਰਨ ਕਰ। ਸਿਮਰੋ ਹਰ ਹਰ ਰਾਏ। ਔਰ ਸਿਆਣਪ ਨੂੰ ਛੱਡਣ ਦੀਆਂ ਕੰਡੀਸ਼ਨਾਂ ਕਿਹੜੀਆਂ ਨੇ ਉਹ ਅੱਗੇ ਦਰਸਾਈਆਂ ਗਈਆਂ ਨੇ। ਉਹ ਸਭ ਤੋਂ ਪਹਿਲੀ ਹੈ, ਕਹਿੰਦੇ ਏਕ ਆਸ। ਇਹ ਹੈ ਪਹਿਲੀ ਸਿਆਣਪ ਛੱਡਣ ਦੀ ਕਿਰਿਆ, ਇੱਕ ਆਸ। ਆਸ ਦਾ ਮਤਲਬ ਉਹਦੇ ਵਿੱਚ ਆਦਮੀ ਮਰਨ ਲਈ ਤਿਆਰ ਹੈ, ਉਹਦੀ ਆਸ ਤੇ ਇੰਨਾ ਭਰੋਸਾ ਹੈ ਕਿ ਜੋ ਵੀ ਦਏਗਾ ਉਹ ਪ੍ਰਵਾਨ ਹੋਏਗਾ। ਵਿੱਚ ਕੋਈ ਉਹਦੇ ਵਿੱਚ ਕਾਂਬਾ ਨਹੀਂ ਰਿਹਾ ਕਿ ਮੈਨੂੰ ਮੇਰਾ ਗੁਰੂ ਬਚਾਏਗਾ ਕਿ ਨਹੀਂ ਬਚਾਏਗਾ। ਉਹਨੂੰ ਕਹਿੰਦੇ ਨੇ ਇੱਕ ਦੀ ਆਸ। ਇੱਕ ਦੀ ਆਸ ਕਰ, ਤੇਰਾ ਅੰਦਰ ਹਿੱਲਣਾ ਨਹੀਂ ਚਾਹੀਦਾ। ਥੋੜਾ ਜਿਹਾ ਵੀ ਡੋਲ ਗਿਆ ਸਾਰਾ ਕੰਮ ਵਿੱਚ ਹੀ ਰਹਿ ਜਾਏਗਾ। ਗੁਰੂ ਤੈਨੂੰ ਜੋ ਵੀ ਦਵੇ, ਟਿੱਬਾ ਦਏ ਕਿ ਟੋਇਆ ਦਏ, ਉਹਦੇ ਵਿੱਚ ਉਹਨੂੰ ਪ੍ਰਵਾਨ ਕਰਨਾ ਪਏਗਾ, ਆਸ ਉਹਦੀ ਤੇ ਜਾਣਾ ਪਏਗਾ। ਇਹ ਨਹੀਂ ਕਿ ਰਿਜ਼ਲਟ ਚੰਗੇ ਹੋਣਗੇ, ਵੈਸੇ ਤਾਂ ਚੰਗੇ ਹੁੰਦੇ ਨੇ ਗੁਰੂ ਕੋਲ ਆਇਆ, ਪਰ ਉਹ ਇਸ ਸ਼ਰਤ ਤੇ ਨਹੀਂ ਜਿਉਂਦਾ ਸਿੱਖ, ਗੁਰੂ ਨਾਲ ਪਿਆਰ ਨਹੀਂ ਕਰਦਾ। ਸ਼ਰਤ ਲਾ ਕੇ ਉਹ ਅਰਦਾਸ ਦੇ ਸਹਾਰੇ ਤੇ ਭਰੋਸੇ ਦੇ ਸਹਾਰੇ ਤੇ ਜਿਉਂਦਾ ਹੈ। ਏਕ ਆਸ, ਇੱਕ ਦੀ ਆਸ ਰੱਖ ਕੇ, ਏਕ ਆਸ ਹਰ ਮਨ ਰੱਖੋ। ਆਪਣੇ ਮਨ ਵਿੱਚ ਇੱਕ ਦੀ ਟੇਕ ਲੈ ਕੇ, ਸਿਆਣਪ ਛੱਡ ਕੇ ਉਹਦਾ ਸਿਮਰਨ ਕਰੋ। ਮਹਾਰਾਜ ਇਹ ਸਾਰੇ ਕੰਮ ਜਿਹੜੇ ਨੇ ਤੇ ਮਿਹਨਤ ਹੈ, ਇਹਦਾ ਸਿੱਟਾ ਕੀ ਨਿਕਲੇਗਾ? ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਨਾਨਕ ਦੁਖ ਭਰਮ ਭਉ ਜਾਏ। ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ ਆਪਸ ਵਿੱਚ ਜੁੜੀਆਂ ਹੋਈਆਂ ਨੇ। 5 ਕੁ ਮਿੰਟ ਇਹਨਾਂ ਤੇ ਵਿਚਾਰ ਕਰੀਏ। ਤਿੰਨ ਚੀਜ਼ਾਂ, ਦੁਖ, ਭਰਮ ਤੇ ਭਉ। ਸਭ ਤੋਂ ਪਹਿਲਾ ਹੈ ਭਰਮ, ਦੂਜੇ ਨੰਬਰ ਤੇ ਹੈ ਭਉ ਤੇ ਤੀਜੇ ਨੰਬਰ ਤੇ ਹੈ ਦੁੱਖ। ਹੁਣ ਅਸੀਂ ਤੀਜੇ ਨੂੰ ਹਟਾਉਣ ਦਾ ਯਤਨ ਕਰ ਰਹੇ ਹਾਂ, ਦੁੱਖ ਨੂੰ। ਉਹ ਤੇ ਤੀਜੇ ਨੰਬਰ ਤੇ ਆਉਂਦਾ ਹੈ, ਉਹ ਤੇ ਉਹਦਾ ਸਿੱਟਾ ਹੈ। ਅਸੀਂ ਸੱਚ ਜਾਣੋ ਇਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਕਹਿ ਰਹੇ ਹਾਂ ਲਾਈਟ, ਚਾਨਣ ਨਹੀਂ ਪੈਣਾ ਚਾਹੀਦਾ, ਪਰ ਸਾਨੂੰ ਪਤਾ ਨਹੀਂ ਕਿ ਚਾਨਣ ਆ ਕਿੱਥੋਂ ਰਿਹਾ। ਅਸੀਂ ਕਹਿੰਦੇ ਹਾਂ ਵੀ ਚਾਨਣ ਬੰਦ ਕਰੋ, ਲਾਈਟ ਜਗ ਰਹੀ ਹੈ, ਟਿਊਬ ਸਾਨੂੰ ਦਿਸਦੀ ਨਹੀਂ ਜਿਹਦੇ ਵਿੱਚੋਂ ਚਾਨਣ ਆ ਰਿਹਾ। ਫਿਰ ਜੇ ਅਸੀਂ ਟਿਊਬ ਤੱਕ ਵੀ ਚਲੇ ਗਏ, ਫਿਰ ਸਾਨੂੰ ਇੱਕ ਹੋਰ ਚੀਜ਼ ਨਹੀਂ ਦਿਸਦੀ। ਉਸ ਟਿਊਬ ਦਾ ਜਿੱਥੇ ਕੰਟਰੋਲ ਹੈ, ਜਿੱਥੇ ਸਵਿੱਚ ਹੈ, ਜਿੱਥੋਂ ਬੰਦ ਹੁੰਦੀ ਹੈ। ਇਹ ਤਿੰਨ ਚੀਜ਼ਾਂ ਨੇ ਨਾ। ਆ ਵੇਖੋ ਦਰਬਾਰ ਦੇ ਵਿੱਚ ਚਾਨਣ ਹੈ, ਤਿੰਨ ਚੀਜ਼ਾਂ ਕਰਕੇ ਹੋ ਰਿਹਾ। ਇਹਦੇ ਵਿੱਚ ਤਿੰਨ ਚੀਜ਼ਾਂ ਕੰਮ ਕਰ ਰਹੀਆਂ। ਇੱਕ ਚਾਨਣ ਹੈ,
ਚਾਨਣ ਤੇ ਪ੍ਰਗਟ ਚੀਜ਼ ਹੈ ਨਾ, ਇਹ ਤੇ ਨਤੀਜਾ ਹੈ, ਰਿਜ਼ਲਟ ਹੈ। ਇਹ ਕਾਹਦੇ ਕਰਕੇ ਚਾਨਣ ਹੈ? ਟਿਊਬ ਕਰਕੇ ਹੈ। ਟਿਊਬ ਕਿਉਂ ਜਗਦੀ ਹੈ? ਇਹਦੇ ਪਿੱਛੇ ਕਨੈਕਸ਼ਨ ਸਵਿਚ ਹੈ, ਉੱਥੋਂ ਬੰਦ ਕੀਤਿਆਂ ਸਭ ਕੁਝ ਹੋ ਜਾਏ ਪਿੱਛੋਂ, ਜੜ ਤੋਂ। ਤਾਂ ਦੁੱਖ ਜਿਹੜਾ ਹੈ ਉਹ ਅਸੀਂ ਦੁੱਖ ਨੂੰ ਹਟਾ ਰਹੇ ਹਾਂ, ਸਾਨੂੰ ਇਹ ਨਹੀਂ ਪਤਾ ਇਹਦੇ ਪਿੱਛੇ ਦੋ ਹੋਰ ਚੀਜ਼ਾਂ ਕੰਮ ਕਰ ਰਹੀਆਂ। ਉਹ ਕਿਹੜੀਆਂ ਨੇ? ਪਹਿਲੀ ਹੈ ਭਰਮ, ਤੇ ਜਿੱਥੇ ਭਰਮ ਹੋਵੇਗਾ ਉੱਥੇ ਭਉ ਆਵੇਗਾ, ਜਿੱਥੇ ਭਉ ਆਵੇਗਾ ਉੱਥੇ ਦੁੱਖ ਹੋਵੇਗਾ। ਇਹ ਦਾਦਾ ਪੋਤਰਾ ਇਸ ਤਰ੍ਹਾਂ ਦੀ ਕਹਾਣੀ। ਦਾਦਾ ਹੈ, ਪੁੱਤਰ ਹੈ, ਪੋਤਰਾ ਹੈ। ਭਰਮ ਕੀ ਹੈ? ਭਰਮ ਇਹ ਹੈ ਵੀ ਆਪਣੇ ਮਨ ਵਿੱਚ ਉਹ ਕੁਝ ਬਣਾ ਲੈਣਾ ਜੋ ਨਹੀਂ, ਸੋਚ ਲੈਣਾ। ਬੜੀ ਦੁਨੀਆ ਜਿਹੜੀ ਭਰਮ ਕਰਕੇ ਦੁਖੀ, ਫਿਕਸ ਕਰ ਲੈਂਦੀ ਹੈ। ਕਈ ਵਾਰੀ ਕੋਈ ਉਹਦਾ ਦੁਸ਼ਮਣ ਨਹੀਂ ਵੀ ਹੁੰਦਾ, ਉਹਦਾ ਵਿਰੋਧੀ ਨਹੀਂ ਵੀ ਹੁੰਦਾ, ਉਹ ਆਪਣੇ ਮਨ ਦੇ ਵਿੱਚ ਆਪ ਹੀ ਫਿਕਸ ਕਰ ਆਈਡੀਆ ਲਾ ਲੈਂਦਾ ਕਿ ਮੇਰਾ ਦੁਸ਼ਮਣ, ਇਹਨੇ ਕਿਆ ਹੈ। ਬਿਲਕੁਲ ਕੋਈ ਉਹਦਾ ਸਬੂਤ ਨਹੀਂ, ਕੋਈ ਉਸ ਨੂੰ ਵੇਖਿਆ ਨਹੀਂ, ਕੋਈ ਉਹਨੂੰ ਸੁਣਿਆ ਨਹੀਂ। ਹੁਣ ਇਹ ਅਣਹੋਂਦੀ ਘਟਨਾ ਜਦੋਂ ਮਨ ਵਿੱਚ ਵਾਪਰਦੀ ਹੈ ਤੇ ਉੱਥੇ ਸੋਗ ਦਾ ਜਨਮ ਹੁੰਦਾ ਹੈ, ਉੱਥੇ ਡਰ ਦਾ ਜਨਮ ਹੁੰਦਾ, ਉੱਥੇ ਭਉ ਦਾ ਜਨਮ ਹੁੰਦਾ ਹੈ। ਸਭ ਤੋਂ ਪਹਿਲਾ ਹੈ ਭਰਮ। ਭਰਮ ਦੇ ਬਹੁਤ ਲੰਬੇ ਅਰਥ ਨੇ। ਭਰਮ ਦੇ ਅਰਥ ਨੇ ਜਿਵੇਂ ਦਾ ਅਸੀਂ ਮੰਨ ਲੈਂਦੇ ਹਾਂ ਉਸ ਤਰ੍ਹਾਂ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਮਾਧਵੇ ਕਿਆ ਕਹੀਐ ਭਰਮ ਐਸਾ। ਭਰਮ ਕੀ ਹੁੰਦਾ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਜਿਵੇਂ ਅਸੀਂ ਮੰਨ ਲੈਂਦੇ ਹਾਂ ਉਸ ਤਰ੍ਹਾਂ ਹੁੰਦਾ ਕੱਖ ਵੀ ਨਹੀਂ। ਉਹ ਮਨੌਤ ਦੇ ਆਧਾਰ ਤੇ ਅਸੀਂ ਆਪਣੇ ਮਨ ਦੇ ਵਿੱਚ ਕਈ ਕੁਝ ਇਕੱਠਾ ਕਰ ਲੈਂਦੇ ਹਾਂ, ਫਿਰ ਉਸ ਮਨੌਤ ਦੇ ਆਧਾਰ ਤੇ ਦੂਜੀ ਚੀਜ਼ ਪੈਦਾ ਹੁੰਦੀ, ਉਹਨੂੰ ਕਹਿੰਦੇ ਡਰ, ਭਉ ਜਿਹਨੂੰ ਕਿਹਾ ਗਿਆ। ਫਿਰ ਭਉ ਪੈਦਾ ਹੋਇਆ, ਤੇ ਜਦੋਂ ਭਉ ਪੈਦਾ ਹੋਇਆ ਉਸੇ ਵੇਲੇ ਦੁੱਖ ਪੈਦਾ ਹੋਇਆ। ਇਸ ਤਰ੍ਹਾਂ ਦੁੱਖ ਕਦੀ ਮਿਟੇਗਾ ਨਹੀਂ ਜਿੰਨਾ ਚਿਰ ਭਰਮ ਰਹਿਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇੱਕ ਭਰਮ ਤੈਨੂੰ ਸਭ ਤੋਂ ਵੱਡਾ ਹੈ। ਉਹ ਭਰਮ ਕਾਹਦਾ ਹੈ? ਭੁਲੇਖਾ ਕਾਹਦਾ ਹੈ? ਕਿ ਆਹ ਜਿਹੜਾ ਸੰਸਾਰ ਬਣਿਆ ਹੈ ਤੇਰਾ ਹੈ, ਇਹ ਸਭ ਤੋਂ ਵੱਡਾ ਤੇਰਾ ਭਰਮ ਹੈ। ਔਰ ਤੂੰ ਇਹਨੂੰ ਚੰਬੜ ਗਿਆ ਹੈ, ਇਹਨੂੰ ਜੱਫਾ ਮਾਰ ਲਿਆ ਹੈ, ਇਹਨੂੰ ਘੁੱਟ ਕੇ ਫੜਿਆ ਹੋਇਆ ਹੈ। ਏਡੀ ਵੱਡੀ ਮੂਰਖਤਾ ਤੂੰ ਕਰ ਰਿਹਾ। ਇਸ ਭਰਮ ਕਰਕੇ ਹੀ ਫਿਰ ਤੈਨੂੰ ਭਉ ਜਾਗਦਾ, ਡਰ ਜਾਗਦਾ। ਉਹ ਕਾਹਦਾ? ਕਿ ਮੇਰੇ ਤੋਂ ਕਿਤੇ ਛੁੱਟ ਨਾ ਜਾਏ। ਇਹਦੇ ਕਰਕੇ ਫਿਰ ਸੰਸਾ ਜਾਗਦਾ ਹੈ, ਤੇ ਸੰਸਾ ਜਾਗਦਾ ਹੈ ਤੇ ਫਿਰ ਦੁੱਖ ਪੈਦਾ ਹੁੰਦਾ ਹੈ। ਤੇ ਉਸ ਦੁੱਖ ਨੂੰ ਕੋਈ ਨਹੀਂ ਮਿਟਾ ਸਕਦਾ ਗੁਰੂ ਤੋਂ ਬਿਨਾਂ, ਜਿੰਨਾ ਚਿਰ ਉਹਦੀ ਜੜ ਨਾ ਵੱਢੀ ਜਾਏ। ਤਾਂ ਦੁੱਖ ਉਹਨਾਂ ਦਾ ਮਿਟਿਆ ਜਿਨ੍ਹਾਂ ਦਾ ਭਰਮ ਟੁੱਟਾ ਹੈ, ਤੇ ਜਿਨ੍ਹਾਂ ਨੇ ਆਪਣੀ ਸਿਆਣਪ ਛੱਡ ਕੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਸਿਮਰਨ ਕੀਤਾ ਆਪਣੀ ਸਿਆਣਪ ਨੂੰ ਛੱਡ ਕੇ। ਉਹਨਾਂ ਨੇ ਇੱਕ ਦੀ ਆਸ ਰੱਖੀ, ਏਕ ਆਸ ਹਰ ਮਨ ਰੱਖੋ, ਤੇ ਤਿੰਨੇ ਚੀਜ਼ਾਂ ਨਸ਼ਟ ਹੋ ਗਈਆਂ। ਸਾਹਿਬ ਕਹਿੰਦੇ, ਨਾਨਕ ਦੁਖ ਭਰਮ ਭਉ ਜਾਏ। ਇਹ ਤਿੰਨੇ ਚੀਜ਼ਾਂ ਉਹਨਾਂ ਦੇ ਜੀਵਨ ਵਿੱਚੋਂ ਮਿਟ ਗਈਆਂ। ਹੁਣ ਅੱਗੇ ਸਾਰੀ ਇਸ ਸ਼ਲੋਕ ਦੀ ਵਿਆਖਿਆ ਹੋਵੇਗੀ ਜੋ ਉੱਤੇ ਕਿਹਾ ਗਿਆ। ਕਿਹੜੇ ਲੋਕ ਨੇ ਜਿਹੜੇ ਸਿਆਣਪ ਛੱਡ ਸਕਦੇ ਨੇ ਔਰ ਇੱਕ ਦਾ ਸਿਮਰਨ ਕਰ ਸਕਦੇ, ਇੱਕ ਦੀ ਆਸ ਰੱਖ ਸਕਦੇ ਨੇ, ਇੱਕ ਨਾਲ ਮੁਹੱਬਤ ਕਰ ਸਕਦੇ ਨੇ। ਸਤਿਗੁਰੂ ਇਹ ਸਾਰੀ ਅਸ਼ਟਪਦੀ ਸਿੱਖਿਆਦਾਇਕ ਅਵਸਥਾ ਵਿੱਚ ਉਚਾਰੀ ਗਈ। ਸਿੱਖ ਨੂੰ ਉਪਦੇਸ਼ ਦਿੱਤਾ ਗਿਆ, ਸਿੱਖਿਆ ਦਿੱਤੀ ਗਈ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਮਨੁੱਖ ਦੀ ਟੇਕ ਨੂੰ ਵਿਅਰਥ ਜਾਣ। ਹੁਣ ਤੁਸੀਂ ਵੇਖੋਗੇ ਸੰਸਾਰ ਦੇ ਵਿੱਚ ਮਨੁੱਖ ਦਾ ਮਨੁੱਖ ਸਹਾਰਾ ਬਣਦਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਦੇਣ ਵਾਲਾ ਜੋ ਕੁਝ ਤੂੰ ਚਾਹੁੰਦਾ ਉਹ ਭਗਵਾਨ ਹੈ। ਮਨੁੱਖ ਵਿੱਚ ਜ਼ਰੀਆ ਹੋ ਸਕਦਾ, ਕਿਤੇ ਸਾਧਨ ਬਣ ਸਕਦਾ ਹੈ। ਉਹ ਦੇਣ ਵਾਲਾ ਨਹੀਂ, ਦਾਤਾ ਨਹੀਂ ਮਨੁੱਖ, ਉਹ ਸਾਧਨ ਬਣ ਸਕਦਾ। ਜਿਵੇਂ ਕੋਈ ਕੜਛੀ ਹੈ, ਕੜਛੀ ਸਾਧਨ ਹੈ, ਉਹ ਭੋਜਨ ਨਹੀਂ ਦੇ ਸਕਦੀ। ਇਸ ਚੀਜ਼ ਨੂੰ ਸਮਝਣਾ। ਇੱਥੇ ਆ ਕੇ ਸਾਡੇ ਸੱਜਣ ਵਿਆਖਿਆ ਵਿੱਚ ਕੀ ਕਹਿਣਗੇ? ਤੁਸੀਂ ਸਿੱਧਾ ਰੱਬ ਨਾਲ ਜੁੜੋ ਕਿਸੇ ਬੰਦੇ ਨਾਲ। ਜਦੋਂ ਕਿਸੇ ਆਦਮੀ ਕੋਲੋਂ ਲੰਘਦੇ ਨੇ ਪੂਰੇ ਆਕੜ ਕੇ ਵੀ ਗੁਰੂ ਸਾਹਿਬ ਦਾ ਹੁਕਮ ਹੈ, ਬੰਦੇ ਦੀ ਆਸ ਨਹੀਂ ਕਰਨੀ। ਅਸੀਂ ਇਸ ਚੀਜ਼ ਨੂੰ ਸਮਝੇ ਨਹੀਂ, ਸਖਤ ਹੋ ਗਿਆ ਬਹੁਤ। ਮਨੁੱਖ ਦੀ ਆਸ ਦਾ ਮਤਲਬ ਜਿੱਥੇ ਸਾਧ ਸੰਗਤ ਕਹੀਏ ਕਿ ਗੁਰਸਿੱਖਾਂ ਦੇ ਨਾਲ ਮਿਲ ਕੇ ਚੱਲਣਾ, ਉਹਦਾ ਅਰਥ ਹੈ
कि कोई शरीरधारी जिहड़ा मनुख है जिहड़ा वो दाता नहीं, वो वरतावा है, वो कड़छी वर्गा है, देण वाला पदार्थ पिछों आ रहा है। हाँ, इस इत्थे मनुख की गल की गई जिहड़ा मन के आधार पर जिउंदा है। ख्याल रख, मानुख की टेक बिरथी सब जान। मानुख विच ते रब दे प्यारिਆਂ ਵਿੱਚ बहुत फर्क है, वो मनुख नहीं हैं। ख्याल रख, मानुख शब्द के अर्थ ही ये ने जो अजे मन के तल ते जी रहा है, मन तो अगे गया ही नहीं। पर ਜਿਹੜੇ लोग मन तो अगे चले गए उन्हों का अपना तन भी नहीं रहा, तन उन्हें सौंप ही दिता है, मन उन्हें सौंप दिता, हुण ते ਉਹਦੇ ਚਰਨਾਂ ਵਿੱਚ ਜਿਉਂਦੇ ਨੇ। ਉਹਨਾਂ ਬਾਰੇ ਤੇ ਗੁਰਬਾਣੀ ਵਿੱਚ ਇਸੇ ਬਾਣੀ ਵਿੱਚ ਆਏਗਾ, ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਨ ਦੇ। ਇਸ ਕਰਕੇ ਮਾਨੁਖ ਕੌਣ ਹੈ? ਮਨ ਦੇ ਆਧਾਰ ਤੇ ਜਿਉਣ ਵਾਲਾ ਆਮ ਮਨੁੱਖ। ਹਜ਼ੂਰ ਕਹਿੰਦੇ ਐਸੇ ਮਨੁੱਖ ਦੀ ਤੂੰ ਕਦੀ ਆਸ ਨਾ ਕਰ ਜਿਹੜਾ ਖੁਦ ਮਨ ਦੇ ਆਧਾਰ ਤੇ ਜਿਉਂਦਾ ਹੈ। ਤੇ ਜਿੰਨਾ ਚਿਰ ਆਦਮੀ ਮਨ ਦੇ ਆਧਾਰ ਤੇ ਜਿਉਂਦਾ ਹੈ, ਭਿਖਾਰੀਪਣਾ ਉਹਦੇ ਵਿੱਚ ਰਹਿੰਦਾ, ਮੰਗਦਾ ਰਹਿੰਦਾ ਹੈ। ਮਨ ਦੇ ਆਧਾਰ ਤੇ ਜਿਉਣ ਵਾਲਾ ਭਿਖਾਰੀਪੁਣੇ ਵਿੱਚ ਜਿਉਂਦਾ ਹੈ। ਤੇ ਭਿਖਾਰੀ ਤੋਂ ਕੀ ਮੰਗੇਗਾ? ਉਹ ਤੇ ਆਪ ਮੰਗਦਾ ਫਿਰਦਾ। ਜੇ ਮੰਗਣਾ ਤੇ ਉਹਦੇ ਤੋਂ ਮੰਗ ਜਿਹੜਾ ਭਿਖਾਰੀ ਖੁਦ ਨਹੀਂ ਹੈ, ਜੋ ਖੁਦ ਨਹੀਂ ਮੰਗਦਾ, ਜਿਹਨੂੰ ਕੋਈ ਲੋੜ ਨਹੀਂ, ਬੇਲੋੜ ਹੋ ਗਿਆ। ਸਾਰਾ ਸੰਸਾਰ ਬਹੁਤਾ ਭਿਖਾਰੀਪਣੇ ਵਿੱਚ ਜਿਉਂਦਾ ਹੈ, ਮਨ ਦੇ ਤਲ ਤੇ ਜਿਉਂਦਾ ਹੈ। ਇਸ ਕਰਕੇ ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਵਿਅਰਥ ਹੈ ਤੇਰੀ ਆਸ, ਉਹਦੀ ਟੇਕ ਜਿਹੜਾ ਮਨੁੱਖ ਮਨ ਦੇ ਤਲ ਤੇ ਜੀ ਰਿਹਾ ਹੈ। ਔਰ ਇਹ ਸਮਝ ਲੈਣਾ ਚਾਹੀਦਾ, ਦੇਵਨ ਕੋ ਏਕ ਹੈ ਭਗਵਾਨ, ਇੱਕ ਵਾਹਿਗੁਰੂ ਹੀ ਦੇਣ ਵਾਲਾ ਹੈ। ਹਜ਼ੂਰ ਕਹਿੰਦੇ, ਜਿਸ ਕੈ ਦੀਐ ਰਹਿ ਅਗਾਏ, ਜਿਹਦੇ ਖਜ਼ਾਨੇ ਇੰਨੇ ਮਹਾਨ ਨੇ, ਜਦੋਂ ਦਿੰਦਾ ਹੈ ਨਾ ਤੇ ਵਿਆਪਕ। ਤੁਸੀਂ ਦੂਰ ਨਾ ਜਾਓ, ਅਸੀਂ ਗਰਮੀ ਤੋਂ ਬਚਣ ਵਾਸਤੇ ਵੇਖੋ ਕਿੰਨੇ ਸਾਧਨ ਕੀਤੇ ਨੇ। ਜਿਹੜੇ ਕਮਰੇ ਵਿੱਚ ਸਾਡਾ ਸਾਧਨ ਚੱਲਦਾ ਉੱਥੇ ਠੰਡ ਹੁੰਦੀ ਹੈ, ਬਾਹਰ ਨਿਕਲੋ ਉੱਥੇ ਫਿਰ ਠੰਡ ਕੋਈ ਨਹੀਂ, ਉੱਥੇ ਫਿਰ ਗਰਮੀ। ਸਾਡੇ ਸਾਧਨ ਕਿੰਨੇ ਕੁ ਲੰਮੇ ਨੇ, ਕਿੰਨੇ ਕੁ ਵੱਡੇ ਨੇ। ਅਸੀਂ ਥੋੜ੍ਹੇ ਥਾਵਾਂ 'ਤੇ ਕਿਤੇ ਪੱਖਾ ਲੱਗਾ, ਕਿਤੇ ਏਸੀ ਹੈ, ਕੂਲਰ ਹੈ, ਥੋੜ੍ਹੇ ਥਾਂ 'ਤੇ ਠੰਡ, ਥੋੜ੍ਹਾ ਜਿਹਾ ਨਿਕਲੋ ਫਿਰ ਭੱਜੋ ਬਾਹਰੋਂ ਕਿ ਇਹ ਬਹੁਤ ਗਰਮੀ। ਸਾਡੇ ਸਾਧਨ ਇੰਨੇ ਕੁ ਨੇ। ਪਰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਾ ਵੇਖੋ ਵੀ ਹੁਣੇ ਉਹ ਬਾਰਿਸ਼ ਕਰਦਾ, ਹੁਣੇ ਬੱਦਲ ਆ ਜਾਏ, ਹੁਣੇ ਛਾਂ ਕਰਦਾ। ਐਸੀ ਬਾਰਿਸ਼ ਕਰੇਗਾ ਵੀ ਉਹ ਇੱਕ ਕਮਰੇ ਤੱਕ ਉਹਦੀ ਠੰਡ ਸੀਮਤ ਨਹੀਂ ਰਹਿੰਦੀ। ਜਿੱਥੇ ਜਾਓਗੇ, ਬਾਹਰ ਵਿਚਰੋਗੇ, ਉੱਥੇ ਉਹਦੀਆਂ ਲਹਿਰਾਂ ਆਉਣਗੀਆਂ ਠੰਡ ਦੀ। ਜਿਸ ਕਹਿ ਦੀਐ ਰਹਿ ਅਗਾਏ, ਜਦੋਂ ਉਹ ਦਿੰਦਾ ਤੇ ਸਾਰਿਆਂ ਨੂੰ ਰਜਾ ਦਿੰਦਾ, ਇਕੱਲੇ ਇਕੱਲੇ ਨੂੰ ਨਹੀਂ, ਸਮੇਤ ਪੰਛੀਆਂ ਦੇ, ਸਮੇਤ ਪਸ਼ੂਆਂ ਦੇ, ਸਮੇਤ ਗਰੀਬ ਆਦਮੀ, ਅਮੀਰ ਆਦਮੀ, ਸਾਰਿਆਂ ਨੂੰ ਇੱਕੋ ਜਿਹਾ ਦੇ ਦਿੰਦਾ। ਇੰਨਾ ਵੱਡਾ ਉਹਦੇ ਕੋਲ ਖਜ਼ਾਨਾ। ਦੇਵਨ ਕੋ ਜਿਸ ਕਹਿ ਦੀਐ ਰਹਿ ਅਗਾਏ, ਅਗਾਏ ਦਾ ਅਰਥ ਹੈ ਮਨੁੱਖ ਰੱਜ ਜਾਂਦਾ ਹੈ। ਹਜ਼ੂਰ ਕਹਿੰਦੇ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਇਹ ਤਾਂ ਸਿਰਫ ਸੰਸਾਰਿਕ ਅਰਥ ਹਨ। ਜਿਸ ਮਨੁੱਖ ਦੇ ਅੰਦਰ ਕਿਰਪਾ ਕਰਕੇ ਉਹ ਨਾਮ ਦੀ ਦਾਤ ਟਿਕਾ ਦਿੰਦਾ ਹੈ ਨਾ, ਪਰਤ ਕੇ ਉਹ ਭੀਖ ਵਾਲਾ ਭਾਂਡਾ ਫੜ ਕੇ ਸੰਸਾਰ ਤੋਂ ਮੰਗਦਾ ਨਹੀਂ, ਬੇਪਰਵਾਹ ਹੋ ਜਾਂਦਾ। ਉਹਦੀ ਤ੍ਰਿਸ਼ਨਾ ਜਿਹੜੀ ਹੈ ਖਤਮ ਹੋ ਜਾਂਦੀ। ਔਰ ਐਸਾ ਮਨੁੱਖ ਜਿਹੜਾ ਇੱਕ ਦੀ ਆਸ ਤੇ ਜਿਉਂਦਾ, ਉਹਦੇ ਵਿੱਚ ਇੱਕ ਗਿਆਨ ਦੀ ਧਾਰਾ ਵਹਿੰਦੀ ਹੈ। ਉਹ ਕੀ ਜਾਣਦਾ? ਹਜ਼ੂਰ ਕਹਿੰਦੇ, ਮਾਰੈ ਰਾਖੈ ਏਕੋ ਆਪ, ਮਾਰਨ ਤੇ ਰੱਖਣ ਵਾਲਾ ਸਿਰਫ ਇੱਕੋ ਆਪ ਹੈ। ਇੱਥੇ ਧਿਆਨ ਦੇਣਾ, ਕਈ ਚੀਜ਼ਾਂ ਵਿੱਚ ਖੜੀਆਂ ਹੁੰਦੀਆਂ। ਮਾਰੈ ਰਾਖੈ ਏਕੋ ਆਪ, ਅਸੀਂ ਕਹਿੰਦੇ ਹਾਂ ਸਾਨੂੰ ਪਰਵਾਹ ਹੀ ਨਹੀਂ, ਮਾਰਨ ਵਾਲਾ ਆਪ ਹੈ ਤੇ ਰੱਖਣ ਵਾਲਾ। ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ। ਗੁਰੂ ਸਾਹਿਬ ਨੇ ਵੀ ਕਿਹਾ ਮਾਰਨ ਤੇ ਰੱਖਣ ਵਾਲਾ ਆਪ ਹੀ ਹੈ। ਪਰ ਸਤਿਗੁਰੂ ਨੇ ਆਪਣੇ ਹੱਥਾਂ ਵਿੱਚ ਤੇਗ ਕਿਉਂ ਫੜੀ? ਸਿਕਿਉਰਿਟੀ ਕਿਉਂ ਬਣਾਈ? ਚੌਵਾਂ ਪਾਸੇ ਬਣਾਇਆ ਨਾ ਕਲਗੀਆਂ ਵਾਲੇ ਪਾਤਸ਼ਾਹ ਨੇ। ਸਿਕਿਉਰਿਟੀ ਦਸਤਾ ਸੀ ਉਹਨਾਂ ਦਾ ਸਪੈਸ਼ਲ। ਉਹਨਾਂ ਦੇ ਹੱਥਾਂ ਵਿੱਚ ਸ੍ਰੀ ਸਾਹਿਬ ਰਹਿੰਦੀ ਸੀ, ਉਹਨਾਂ ਕੋਲ ਸ਼ਸਤਰ ਸਨ। ਉਹ ਉਪਰਾਲਾ ਕਰਦੇ ਰਹਿੰਦੇ ਸਨ ਵੀ ਅੱਗੇ ਕਿਤੇ ਖਤਰਾ ਤੇ ਨਹੀਂ। ਹਰ ਇੱਕ ਚੀਜ਼ ਦੇ ਉੱਤੇ ਉਹਨਾਂ ਚੀਜ਼ਾਂ ਦੀ, ਸੰਸਾਰਿਕ ਚੀਜ਼ਾਂ ਦੀ ਵਰਤੋਂ ਕਰਦੇ ਸਨ ਸਮਝਦੀ। ਪਰ ਸਾਡੀ ਜਿਹੜੀ ਬੁੱਧੀ ਹੈ ਉਹਦਾ ਦਾਇਰਾ ਛੋਟਾ ਹੋਣ ਕਰਕੇ ਅਸੀਂ ਗਲਤ ਵਿਚਾਰਾਂ ਵਿੱਚ ਪੈ ਜਾਂਦੇ ਹਾਂ ਵੀ ਮਾਰਨਾ ਤੇ ਰੱਖਣਾ, ਉਸੇ ਨਹੀਂ ਮਾਰਨਾ। ਤੇ ਜੇ ਹੁਣ ਅੱਗੇ ਟੋਇਆ ਹੈ, ਸਾਡੇ ਸਾਹਮਣੇ ਕੰਡੇ ਖਿਲਰੇ ਹੋਏ ਨੇ,
ਤੇ ਅਸੀਂ ਕਹੀਏ ਅਸੀਂ ਤੇ ਸਿੱਖ ਹਾਂ, ਬੇਪਰਵਾਹ, ਸਾਨੂੰ ਕੀ ਪਰਵਾਹ ਕੰਡਿਆਂ ਦੇ, ਅਸੀਂ ਤੇ ਉੱਤੋਂ ਹੀ ਲੰਘਣਾ ਝਾੜੀ ਦੇ। ਤੇ ਉੱਥੇ ਤੇ ਸਾਧ ਸੰਗਤ ਕੰਡਿਆਂ ਨੇ ਚੁੱਭਣਾ ਹੈ। ਹਾਂ, ਫਿਰ ਉਹਨਾਂ ਨੂੰ ਕੱਢਦੇ ਫਿਰਾਂਗੇ। ਤਾਂ ਇਹ ਜਿੱਥੇ ਸਤਿਗੁਰੂ ਨੇ ਬਚਨ ਕੀਤੇ ਨੇ ਕਿ ਮਾਰਨ ਤੇ ਰੱਖਣ ਵਾਲਾ ਇੱਕ ਹੈ, ਉਹ ਇੱਕ ਮਾਰਨ ਤੇ ਰੱਖਣ ਵਾਲਾ ਹੈ, ਪਰ ਤੇਰੇ ਸਰੀਰ ਦੇ ਵਿੱਚ ਉਹਨੇ ਸਾਰੇ ਯੰਤਰ ਲਾਏ ਨੇ ਜਿਹੜੇ ਤੈਨੂੰ ਬਚਾਉਣ ਵਾਲੇ। ਉਹਦੇ ਤੇ ਭਰੋਸਾ ਕਰਕੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ। ਰੱਖਣਾ ਉਸਨੇ ਹੈ, ਮਾਰਨਾ ਉਸਨੇ ਹੈ, ਪਰ ਤੇਰੇ ਸਰੀਰ ਦੇ ਵਿੱਚ ਉਹਨੇ ਬੁੱਧੀ ਵੀ ਤੇ ਆਪ ਹੀ ਪਾਈ ਨਾ, ਇਹਦੀ ਤੂੰ ਵਰਤੋਂ ਕਰਨੀ ਆ ਆਪਣੇ ਆਪ ਨੂੰ। ਕਬੀਰ ਸਾਹਿਬ ਕਹਿੰਦੇ ਨੇ, ਕੋਈ ਆਦਮੀ ਹਨੇਰੇ ਵਿੱਚ ਤੁਰੇ, ਉਹਨੂੰ ਰਾਹ ਦਾ ਪਤਾ ਨਾ ਹੋਵੇ, ਉਹਦੇ ਕੋਲ ਦੀਵਾ ਨਾ ਹੋਵੇ, ਉਹ ਖੂਹ ਵਿੱਚ ਡਿੱਗੇ ਤੇ ਆਪਾਂ ਕਹਿੰਦੇ ਆ ਵਿਚਾਰੇ ਕੋਲ ਦੀਵਾ ਨਹੀਂ ਸੀ। ਕਬੀਰ ਸਾਹਿਬ ਕਹਿੰਦੇ, ਮੈਂ ਇਸ ਤਰ੍ਹਾਂ ਦੇ ਆਦਮੀ ਵੇਖ ਰਿਹਾ ਜਿਨ੍ਹਾਂ ਦੇ ਹੱਥਾਂ ਵਿੱਚ ਦੀਵਾ ਹੈ ਤੇ ਦੀਵੇ ਨਾਲ ਖੂਹ ਵੇਖ ਕੇ ਚੰਗੀ ਤਰ੍ਹਾਂ, ਦੀਵੇ ਦੇ ਚਾਨਣ ਕਰਕੇ ਨਾ ਪੂਰੀ ਤਰ੍ਹਾਂ ਵੇਖ ਕੇ ਕਿ ਅੱਗੇ ਖੂਹ ਹੈ ਤੇ ਚੰਗੀ ਤਰ੍ਹਾਂ ਚਾਨਣ ਵਿੱਚ ਛਾਲ ਮਾਰਦੇ ਨੇ। ਇਹ ਵੀ ਬਾਣੀ ਦੇ ਬਚਨ ਨੇ। ਸਾਹਿਬ ਕਹਿੰਦੇ ਨੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਕੁਸ਼ਲਾਤ। ਇਹ ਕਿੱਧਰ ਦੀ ਸਿਆਣਪ ਹੈ। ਹਾਥ ਦੀਪ, ਹੱਥ ਵਿੱਚ ਦੀਵਾ ਫੜਿਆ ਹੋਇਆ, ਕੂਏ ਭਰੈ ਤੇ ਮਨੁੱਖ ਉਸ ਦੀਵੇ ਦੇ ਚਾਨਣ ਵਿੱਚ ਖੂਹ ਵਿੱਚ ਡਿੱਗਦਾ ਹੈ। ਇਹਨਾਂ ਦੋ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਨਹੀਂ ਤੇ ਅਸੀਂ ਕਵਾਂਗੇ ਜੋ ਕੁਝ ਕਰਨਾ ਹੈ ਰੱਬ ਨੇ ਕਰਨਾ ਹੈ, ਅਸੀਂ ਅੱਖ ਬੰਦ ਕਰ ਦਿਆਂਗੇ। ਅੱਖਾਂ ਉਸਨੇ ਦਿੱਤੀਆਂ ਨੇ, ਉਹ ਆਪ ਹੀ ਖੋਲ੍ਹਦਾ ਹੈ। ਸਾਰੀਆਂ ਚੀਜ਼ਾਂ ਉਹਨੇ ਬਖਸ਼ਿਸ਼ ਕੀਤੀਆਂ ਨੇ। ਉਹਦੇ ਅਰਦਾਸ ਦੇ ਸਹਾਰੇ ਤੇ ਗੁਰਸਿੱਖ ਤੁਰੇ ਤਾਂ ਉਹ ਮਾਰਗ ਦਰਸ਼ਨ ਕਰਦਾ, ਸਹਾਇਕ ਹੁੰਦਾ, ਸਿੱਖ ਨੂੰ ਬਚਾਉਂਦਾ ਹੈ। ਔਰ ਉਹਦੇ ਤੇ ਟੇਕ ਗਹਿਰੀ ਹੋ ਜਾਂਦੀ ਕਿ ਮਾਰਨ ਵਾਲਾ ਤੇ ਰੱਖਣ ਵਾਲਾ ਉਹ ਆਪ ਵਾਹਿਗੁਰੂ ਹੈ। ਹਜ਼ੂਰ ਕਹਿੰਦੇ, ਮਾਨੁਖ ਕਹਿ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਇਹ ਆਪਣੇ ਹੰਕਾਰ ਦੇ ਆਸਰੇ ਆਪਣੀ ਰੱਖਿਆ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ, ਤਿਸ ਕਾ ਹੁਕਮ ਬੂਝ ਸੁਖ ਹੋਏ। ਹੁਣ ਇਹ ਸੁਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ। ਇੱਕ ਇੱਕ ਸ਼ਬਦ ਬਹੁਤ ਗਹਿਰਾ ਹੈ। ਕਹਿੰਦੇ ਤੈਨੂੰ ਸੁਖ ਚਾਹੀਦਾ, ਤੁਸੀਂ ਕਿਸੇ ਗੁਰਦੁਆਰੇ ਦੇ ਅੱਗੇ ਲਿਖ ਕੇ ਲਾ ਦਿਓ ਵੀ ਜਿਹੜਾ ਇੱਥੇ ਆਏਗਾ ਨਾ ਉਹਨੂੰ ਸੁਖ ਮਿਲੇਗਾ। 1000-1200 ਇਸ਼ਤਿਹਾਰ ਲਾ ਦਿਓ ਸ਼ਹਿਰ ਵਿੱਚ। ਇੱਕ ਗੁਰਦੁਆਰਾ ਨਵਾਂ ਖੁੱਲ੍ਹਿਆ, ਉੱਥੇ ਕਹਿੰਦੇ ਨੇ ਸੁਖ ਮਿਲਦਾ ਹੈ। ਸਾਧ ਸੰਗਤ ਚੌਵਾਂ ਪਾਸੇ ਪਾਰਕਿੰਗ ਖਤਮ ਹੋ ਜਾਏਗੀ, ਕਿਉਂਕਿ ਅਸੀਂ ਸਾਰੇ ਸੁਖ ਲੱਭ ਰਹੇ ਹਾਂ। ਲੱਭਣਾ ਵੀ ਚਾਹੀਦਾ। ਸੁਖ ਸਾਡੀ ਪੂੰਜੀ ਹੈ, ਸਾਡੀ ਲੋੜ ਹੈ। ਸੁਖ ਲੱਭਣ ਉੱਥੇ ਆਵਾਂਗੇ, ਪਰ ਜਦੋਂ ਸਾਰੇ ਲੋਕ ਇਕੱਠੇ ਹੋ ਜਾਣਗੇ ਤੇ ਉੱਥੇ ਦੱਸਿਆ ਜਾਏ ਵੀ ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਸੁਖ ਕਿੱਥੋਂ ਮਿਲੇਗਾ, ਤੇ ਹਜ਼ੂਰ ਕਹਿਣਗੇ ਤਿਸ ਕਾ ਹੁਕਮ ਬੂਝ ਸੁਖ ਹੋਏ। ਤੁਸੀਂ ਸੁਖ ਲੈਣ ਆਏ ਹੋ ਤੇ ਉਹਦਾ ਹੁਕਮ ਬੁੱਝੋ। ਰੱਬ ਕੀ ਕਰਾਉਣਾ ਚਾਹੁੰਦਾ ਤੁਹਾਡੇ, ਉਸੇ ਵੇਲੇ ਦੀਵਾਨ ਨਾਲ ਖਾਲੀ ਹੋ ਜਾਏਗਾ। ਉਹ ਕਹਿਣਗੇ ਜੀ ਕੋਈ ਇਸ ਤਰ੍ਹਾਂ ਦਾ ਸੁੱਖ ਦਿਓ ਜਿਹੜਾ ਹੁਕਮ ਨਾ ਮੰਨੀਏ ਗੁਰੂ ਦਾ ਤੇ ਸੁੱਖ ਵੀ ਰਵੇ। ਅਸੀਂ ਉਸ ਤਰ੍ਹਾਂ ਦਾ ਸੁੱਖ ਲੱਭਣੇ, ਹੁਕਮ ਨਾ ਮੰਨੀਏ ਬਸ ਫਿਰ ਉੱਥੋਂ ਦਾ ਗੁਰਦੁਆਰਾ ਜਿਹੜਾ ਵਿਰਲਾ ਟਾਵਾਂ ਜਿਹੜਾ ਖਾਲੀ ਰਹੇਗਾ। ਕਿਉਂਕਿ ਉਹ ਕਹਿਣਗੇ ਜੀ ਉੱਥੇ ਸੁੱਖ ਸਿੱਧਾ ਨਹੀਂ ਮਿਲਦਾ, ਪਹਿਲਾਂ ਗੁਰੂ ਦਾ ਹੁਕਮ ਮੰਨਣਾ ਪੈਂਦਾ ਜੀ। ਫਿਰ ਇਸ ਤਰ੍ਹਾਂ ਦੇ ਗੁਰਦੁਆਰੇ ਤੁਹਾਨੂੰ ਮਿਲ ਹੀ ਜਾਣਗੇ, ਤਕਰੀਬਨ ਖੋਲ੍ਹ ਲੈਂਦੇ ਨੇ ਲੋਕ। ਉਹ ਕਹਿੰਦੇ ਕੋਈ ਲੋੜ ਨਹੀਂ ਹੁਕਮ ਮੰਨਣ ਦੀ, ਬਸ ਸੁੱਖ ਮਿਲੇਗਾ ਕੱਲ। ਉਹ ਸੁੱਖ ਬਾਣੀ ਪੜ੍ਹਿਆ ਸੁੱਖ ਤੇ ਆਉਂਦੇ ਹੀ ਥੋੜ੍ਹੇ ਦਿਨਾਂ ਬਾਅਦ ਸਾਧ ਸੰਗਤ ਫਿਰ ਉਹ ਬਦਲ ਜਾਂਦੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਣ ਲਈ ਤਿਆਰ ਹੀ ਨਹੀਂ ਹਾਂ। ਅਸੀਂ ਯਤਨ ਕਰਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਲਾਕੀ ਨਾਲ ਧੋਖਾ ਦੇ ਜੀ, ਪਰ ਇੱਥੇ ਧੋਖਾ ਨਹੀਂ ਦਿੱਤਾ ਜਾ ਸਕਦਾ। ਹਜ਼ੂਰ ਕਹਿੰਦੇ ਸੁੱਖ ਦਾ ਰਾਹ ਹੈ ਔਰ ਦੁੱਖ ਨੂੰ ਦੂਰ ਕਰਨ ਦਾ ਇਲਾਜ ਦੱਸਿਆ, ਤਿਸ ਕਾ ਹੁਕਮ ਬੂਝ ਸੁਖ ਹੋਏ। ਗੁਰੂ ਸਾਹਿਬ ਦਾ ਜੋ ਹੁਕਮ ਹੈ ਤੈਨੂੰ ਕਿ ਇਹ ਤੇਰੇ ਵਿੱਚ ਗੁਣ ਹੋਣੇ ਚਾਹੀਦੇ ਨੇ, ਤੇਰੇ ਮਨ ਦੀ ਦਸ਼ਾ ਕਿਵੇਂ ਦੀ ਰਹਿਣੀ ਚਾਹੀਦੀ, ਭਾਵਨਾ ਕਿਵੇਂ ਦੀ ਹੋਣੀ ਚਾਹੀਦੀ, ਉਹਨੂੰ ਅਖਤਿਆਰ ਕਰ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰ। ਗੁਰੂ ਦੀ ਸਿੱਖਿਆ ਨੂੰ ਉਹਦੇ ਅਨੁਸਾਰ ਆਪਣਾ ਜੀਵਨ ਨੂੰ ਢਾਲ, ਤੇ ਜਦੋਂ ਉਸ ਸਿੱਖਿਆ ਦੇ ਅਨੁਸਾਰ ਤੂੰ ਤੁਰੇਂਗਾ, ਉਹਦਾ ਹੁਕਮ ਬੁੱਝ ਲਏਗਾ, ਤੇ ਉਸ ਵੇਲੇ ਤੇਰੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਏਗਾ, ਆਪਣੇ ਆਪ ਸੁੱਖ ਆ ਜਾਏਗਾ। ਤਿਸ ਕਾ ਹੁਕਮ ਬੂਝ ਸੁਖ ਹੋਏ।
पर ਉਹਦਾ ਹੁਕਮ ਬੁੱਝਣਾ ਕੀ ਹੈ, ਉਹਦੇ ਵਾਸਤੇ ਕੀ ਕਰਨਾ ਪਏਗਾ। ਹਜੂਰ ਕਹਿੰਦੇ ਤਿਸ ਕਾ ਨਾਮ ਰਖ ਕੰਠ ਪਰੋਏ। ਕੰਠ ਪਰੋਏ ਕਹਿੰਦੇ ਉਹਦੇ ਨਾਮ ਨੂੰ ਇਸ ਤਰ੍ਹਾਂ ਯਾਦ ਰੱਖ, ਇਸ ਤਰ੍ਹਾਂ ਜਪ ਆਪਣੇ ਹਿਰਦੇ ਵਿੱਚ, ਜਿਵੇਂ ਕੋਈ ਗਲੇ ਦੇ ਵਿੱਚ ਕੱਪੜਾ ਪਾਇਆ ਹੁੰਦਾ ਹੈ। ਕੰਠ ਪਰੋਏ ਇਹ ਸ਼ਬਦ ਵਰਤਿਆ ਜਾਂਦਾ ਨਾ, ਪੰਜਾਬੀ ਦੇ ਬੜੇ ਪਿਆਰੇ ਸ਼ਬਦ ਨੇ। ਪਿੰਡਾਂ ਵਿੱਚ ਕਹਿੰਦੇ ਵੀ ਗਲ ਕੁਝ ਪਾ ਲੈ, ਗਲ ਸ਼ਬਦ ਵਰਤਿਆ ਜਾਂਦਾ। ਕਿਸੇ ਨੇ ਕੱਪੜਾ ਕਮੀਜ਼ ਪਾਉਣਾ ਹੋਵੇ ਨਾ, ਉਹਨੂੰ ਇੱਥੇ ਇਹ ਨਹੀਂ ਕਹਿੰਦੇ ਪਹਿਨ ਲੈ ਕਮੀਜ਼, ਉਹਨਾਂ ਦੀ ਸਿੱਧੀ ਭਾਸ਼ਾ ਉਹ ਕਹਿੰਦੇ ਕੱਪੜਾ ਪਾ ਕੋਈ ਗਲ, ਠੰਡ ਬੜੀ ਹੈ। ਗਲ ਦਾ ਅਰਥ ਹੈ ਕੰਠ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਨਾਮ ਨੂੰ ਇਸ ਤਰ੍ਹਾਂ ਧਾਰਨ ਕਰ ਲੈ ਜ਼ਿੰਦਗੀ ਵਿੱਚ, ਜਿਵੇਂ ਤੂੰ ਕਮੀਜ਼ ਪਾਇਆ ਹੋਇਆ ਹੈ। ਪਾ ਲਿਆ ਸਾਰਾ ਦਿਨ ਲਾਉਂਦਾ ਨਹੀਂ ਨਾ, ਪਾ ਕੇ ਰੱਖਦਾ, ਹੰਡਾਉਂਦਾ ਹੈ। ਇਸ ਤਰ੍ਹਾਂ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਫਿਰ ਤੈਨੂੰ ਹੁਕਮ ਦਾ ਪਤਾ ਲੱਗ ਜਾਏਗਾ ਤੇ ਤੈਨੂੰ ਸੁਖ ਹੋਏਗਾ। ਤਿਸ ਕਾ ਨਾਮ ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਪਰੋ ਲੈ ਆਪਣੇ ਕੰਠ ਦੇ ਵਿੱਚ, ਗਲੇ ਦੇ ਵਿੱਚ, ਮਨ ਦੇ ਵਿੱਚ ਰਸਨਾ ਤੇ ਨਾਮ ਨੂੰ ਟਿਕਾ। ਹਜੂਰ ਕਹਿੰਦੇ ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨ ਲਾਗੈ ਕੋਇ। ਉਹਦਾ ਸਿਮਰਨ ਕਰ, ਉਹਦਾ ਸਿਮਰਨ ਕਰ। 3 ਵਾਰੀ ਕਿਹਾ ਉਸ ਦਾ ਸਿਮਰਨ ਕਰ। ਇਹ ਪਰਪੱਕ ਕਰਾਇਆ, ਪੱਕਾ ਕਰਾਇਆ, ਕਿਤੇ ਭੁੱਲ ਨਾ ਜਾਏ। ਦ੍ਰਿੜ ਕਰਾਇਆ ਗਿਆ ਕਿ ਉਹਨੂੰ ਯਾਦ ਕਰ, ਉਸਨੂੰ ਯਾਦ ਕਰ, ਉਹਦਾ ਸਿਮਰਨ ਕਰ, ਤੈਨੂੰ ਫਿਰ ਕੋਈ ਵਿਘਨ ਨਹੀਂ ਲੱਗੇਗਾ। ਇਸ ਤਰ੍ਹਾਂ ਦੇ ਸਰੀਰ ਨੂੰ, ਇਸ ਤਰ੍ਹਾਂ ਦੇ ਮਨੁੱਖ ਨੂੰ ਵਿਘਨ ਦੇ ਵਿੱਚ ਪਾ ਦਿਓ। ਆ ਤੁਸੀਂ ਸੁਣਿਆ ਹੈ ਕਿ ਜਨਕ ਭਗਤੀ ਕਰਦੇ ਸਨ ਤੇ ਕਿਤੇ ਨਰਕਾਂ ਵੱਲ ਚਲੇ ਗਏ, ਨਰਕ ਠੰਡਾ ਹੋ ਗਿਆ, ਅੱਗ ਬਲਦੀ ਹੋਈ ਠੰਡੀ ਹੋ ਗਈ। ਸੱਚਾਈ ਹੈ। ਜਿੱਥੇ ਨਾਮ ਹੋਏਗਾ ਉਹ ਆਦਮੀ ਜ਼ਰੂਰੀ ਨਹੀਂ ਵੀ ਉਸ ਪਾਰਲੇ ਨਰਕ ਵਿੱਚ ਜਾਏਗਾ, ਤੇ ਤਾਂ ਹੀ ਉਹ ਜਿੱਥੇ ਜਾਏਗਾ ਨਰਕ ਠੰਡਾ ਹੋ ਜਾਏਗਾ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਜਿੱਥੇ ਅਸੀਂ ਜਾਂਦੇ ਹਾਂ ਉੱਥੇ ਨਰਕ ਠੰਡਾ ਹੁੰਦਾ ਹੈ ਕਿ ਨਰਕ ਬਣ ਜਾਂਦਾ ਜਿੱਥੇ ਜਾਂਦੇ ਹਾਂ। ਜਿੱਥੇ ਅਸੀਂ ਜਾਂਦੇ ਹਾਂ ਕਲੇਸ਼ ਘਟਦਾ ਕਿ ਵੱਧ ਜਾਂਦਾ ਬਹੁਤ ਜ਼ਿਆਦਾ। ਇਹਦਾ ਕੀ ਕਾਰਨ? ਕਿਤੇ ਨਾ ਕਿਤੇ ਸਾਡੇ ਵਿੱਚ ਕੋਈ ਕਮੀ ਹੈ। ਜਿਵੇਂ ਦੇ ਅਸੀਂ ਹਾਂ ਉਵੇਂ ਦਾ ਬਾਹਰ ਵਾਪਰੇਗਾ, ਖਿਆਲ ਰੱਖਣਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਉਹਦਾ ਸਿਮਰਨ ਕਰਨ ਦੇ ਨਾਲ ਵਿਘਨ ਕੋਈ ਵੀ ਨਹੀਂ ਲੱਗਦਾ। ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਗੁਰਮੁਖਾਂ ਦੇ ਜੀਵਨ ਵਿੱਚ, ਉਹ ਗੁਰੂ ਦੂਰ ਕਰ ਦਿੰਦਾ, ਉਹਨਾਂ ਦਾ ਸਹਾਈ ਹੁੰਦਾ ਹੈ। ਹਰ ਇੱਕ ਮੁਸੀਬਤ ਨੂੰ, ਹਰ ਇੱਕ ਵਿਘਨ ਨੂੰ ਉਹ ਖਤਮ ਕਰ ਦਿੰਦਾ ਹੈ। ਇਹਦੇ ਵਿੱਚ ਸਾਰੀਆਂ ਇਸ ਅਸ਼ਟਪਦੀ ਵਿੱਚ ਸਿੱਖਿਆਵਾਂ ਦਿੱਤੀਆਂ ਗਈਆਂ ਨੇ। ਹਜੂਰ ਕਹਿੰਦੇ ਉਸਤਤ ਮਨ ਮਹਿ ਕਰ ਨਿਰੰਕਾਰ। ਨਿਰੰਕਾਰ ਆਕਾਰ ਤੋਂ ਰਹਿਤ ਜੋ ਵਾਹਿਗੁਰੂ ਹੈ, ਉਹਦੀ ਉਸਤਤ, ਉਹਦੀ ਵਡਿਆਈ ਆਪਣੇ ਮਨ ਦੇ ਵਿੱਚ ਕਰਦਾ ਰਿਹਾ ਕਰ। ਨਿਰੰਤਰ ਜਿਹੜਾ ਮਨ ਕਦੀ ਚੁੱਪ ਕਰਦਾ ਹੀ ਨਹੀਂ, ਉਹਨੇ ਖਿਆਲ ਉਠਾਈ ਹੀ ਜਾਣੇ ਨੇ। ਉਸ ਮਨ ਦੇ ਵਿੱਚ ਦਿਨ ਰਾਤ ਉਹਦੀ ਉਸਤਤ ਕਰ, ਉਹਦੀ ਵਡਿਆਈ ਕਰ। ਸਾਹਿਬ ਕਹਿੰਦੇ ਕਰ ਮਨ ਮੇਰੇ ਸਤ ਵਿਵਹਾਰ। ਹੁਣ ਇਹ ਕੰਮ ਥੋੜ੍ਹਾ ਜਿਹਾ ਔਖਾ ਹੈ। ਜਪਣਾ ਵੀ ਸੌਖਾ ਜੇ, ਉਸਤਤ ਕਰਨੀ ਵੀ ਸੌਖੀ ਜੇ, ਕੀਰਤਨ ਕਰਨਾ, ਕਥਾ ਕਰਨੀ, ਪਾਠ ਕਰਨਾ, ਇਹ ਕੰਮ ਜਿਹੜਾ ਅਸੀਂ ਕਰ ਸਕਨੇ ਹਾਂ। ਪਰ ਆ ਜਿਹੜੀ ਅਗਲੀ ਪੰਕਤੀ ਹੈ ਨਾ, ਕਰ ਮਨ ਮੇਰੇ ਸਤ ਵਿਵਹਾਰ। ਵਿਵਹਾਰ ਦਾ ਅਰਥ ਹੈ ਵਰਤਣਾ। ਜਿਵੇਂ ਤੂੰ ਦੂਜਿਆਂ ਨਾਲ ਵਰਤਾਵ ਕਰਨਾ ਹੈ ਨਾ, ਉਹ ਬਹੁਤ ਸੋਹਣਾ ਹੋਣਾ ਚਾਹੀਦਾ, ਬੜੇ ਸਲੀਕੇ ਵਾਲਾ, ਬੜੀ ਧੀਰਜ ਵਾਲਾ। ਕਿਉਂਕਿ ਇਹ ਸਰੀਰ ਨੇ ਜਿਨ੍ਹਾਂ ਵਿੱਚ ਉਹ ਵਸਦਾ ਹੈ, ਜਿਹਦੀ ਤੂੰ ਖੋਜ ਕਰ ਰਿਹਾ। ਤਾਂ ਇਹਨਾਂ ਦਾ ਜਿਹੜਾ ਤਿਰਸਕਾਰ ਕਰੇਗਾ, ਫਿਰ ਤੂੰ ਉਸ ਨੂੰ ਕਿਵੇਂ ਖੁਸ਼ ਕਰ ਸਕੇਗਾ? ਤਾਂ ਇਸ ਤਰ੍ਹਾਂ ਵਿਵਹਾਰ ਦੇ ਅਰਥ ਨੇ ਕਿ ਤੇਰਾ ਲੈਣ ਦੇਣ ਠੀਕ ਹੋਣਾ ਚਾਹੀਦਾ। ਬਾਜ਼ਾਰ ਦੇ ਵਿੱਚ ਤੂੰ ਧੋਖੇਬਾਜ਼ ਨਹੀਂ ਹੋਣਾ ਚਾਹੀਦਾ। ਜਿਹੜਾ ਕੰਮ ਕਰੇ ਉਹ ਠੀਕ ਹੋਣਾ ਚਾਹੀਦਾ। ਮੈਂ ਤੇ ਕਈ ਵਾਰੀ ਸੋਚਣਾ, ਸਾਧ ਸੰਗਤ ਆ ਵਿਦੇਸ਼ ਵਿੱਚ ਕਦੀ ਕਦਾਈ ਜਾਈਦਾ ਤੇ ਉੱਥੋਂ ਦੇ ਲੋਕਾਂ ਦਾ ਵਿਹਾਰ ਵੇਖੀਦਾ, ਜਿਹੜਾ ਵਰਤਾਵ ਕਰਦੇ। ਜਦੋਂ ਉਹਨਾਂ ਦਾ ਵਰਤਾਵ ਵੇਖੀਦਾ ਤੇ ਇੰਝ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਾ ਲੈ ਲਈ। ਉਹਨਾਂ ਦਾ ਕੋਈ ਵੀ ਆਦਮੀ
ਤੁਸੀਂ ਆਪਣੇ ਘਰ ਦਾ ਕੋਈ ਵੀ ਕੰਮ ਕਰਾਉਣਾ ਹੈ, ਜਿੰਨੇ ਕੰਮ ਕਰਨਾ ਉਹਨੇ ਤਨ ਦੇਹੀ ਨਾਲ ਪੂਰਾ ਮਨ ਲਾ ਕੇ ਕਰਨਾ, ਭਾਵੇਂ ਕਿ ਉਹ ਕਾਨੂੰਨ ਵਿੱਚ ਬੱਝੇ ਹੋਏ ਡਰਦੇ ਕਰਨ, ਇਹ ਗੱਲ ਵੱਖਰੀ। ਪਰ ਜਿਹੜਾ ਵੀ ਤੁਸੀਂ ਕੰਮ ਕਰਾਓਗੇ ਉਹਦੇ ਵਾਸਤੇ ਤੁਹਾਨੂੰ ਇਹ ਨਹੀਂ ਵੀ ਉਹਦੇ ਪਿੱਛੇ ਫਿਰਨਾ ਪਏਗਾ, ਜਾਂ ਉਹ ਕੰਮ ਅੱਧਾ ਕਰ ਜਾਏਗਾ ਤੇ ਪਰਤ ਕੇ ਫਿਰ ਤੁਹਾਨੂੰ ਕਰਾਉਣਾ ਪਏਗਾ। ਪਰ ਜਦੋਂ ਅਸੀਂ ਆਪਣੇ ਦੇਸ਼ ਵੱਲ, ਆਪਣੇ ਜੀਵਨ ਵਿੱਚ, ਆਪਣੇ ਇੱਥੇ ਲੈਣ ਦੇਣ ਵਿੱਚ ਝਾਤੀ ਪਾਉਂਦੇ ਹਾਂ, ਅਸੀਂ ਬਾਣੀ ਸਾਰੇ ਪੜ੍ਹਦੇ ਹਾਂ, ਨਿਤਨੇਮ ਸਾਰੇ ਕਰਨੇ ਹਾਂ, ਪਰ ਸਾਡੇ ਚਿਹਰਿਆਂ 'ਤੇ ਉਹ ਗੱਲਾਂ ਆਉਂਦੀਆਂ ਕਿਉਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਨੇ? ਕਿਉਂਕਿ ਸਾਡਾ ਜਿਹੜਾ ਵਰਤਾਵ ਹੈ ਨਾ ਇੱਕ ਦੂਜੇ ਦੇ ਨਾਲ, ਅਸੀਂ ਇੱਕ ਦੂਜੇ ਨੂੰ ਅੰਦਰੋਂ ਧੋਖਾ ਦੇਣ ਦਾ ਯਤਨ ਕਰਦੇ ਰਹਿੰਦੇ ਹਾਂ। ਜਿਹੜਾ ਅਸੀਂ ਕੰਮ ਕਰਨੇ ਉਹਦੇ ਵਿੱਚ ਅਧੂਰਾਪਣ ਹੁੰਦਾ, ਅੱਧਾ ਹੁੰਦਾ ਕੰਮ, ਕਿਤੇ ਨਾ ਕਿਤੇ ਢਿੱਲਾ ਕਰ ਦਿੰਦੇ ਹਾਂ ਤਾਂ ਕਿ ਪਰਤ ਕੇ ਆਉਣ ਵਾਲੇ ਬਣੀਏ। ਇਹ ਨੁਕਸ ਹੈ ਸਾਡੇ ਜੀਵਨ ਵਿੱਚ, ਸਾਨੂੰ ਪਤਾ ਹੈ ਅਸੀਂ ਕਿੱਥੇ ਗਲਤ ਹਾਂ, ਵੈਸੇ ਹੀ ਕਹਿ ਰਹੇ ਹਾਂ ਕੁਝ ਨਹੀਂ ਬਣਦਾ। ਕਈ ਵਾਰੀ ਕਹਿੰਦੇ ਆ ਜੀ ਧਰਮੀ ਤੇ ਪਹਿਲੇ ਲੋਕ ਸਨ, ਹੁਣ ਧਰਮ ਤੇ ਹੁਣ ਵੀ ਹੈ, ਪਰ ਕਮਾਵਾਂਗੇ ਤਾਂ ਹੀ ਆਉਣਾ ਨਾ ਧਰਮ ਨੇ। ਜੇ ਸਾਡੇ ਹਰ ਇੱਕ ਕੰਮ ਦੇ ਵਿੱਚ ਬੇਈਮਾਨੀ ਹੋਵੇਗੀ, ਅਸੀਂ ਆਪਣੇ ਡਿਊਟੀ ਤੇ ਖੜੇ ਨਹੀਂ ਹੋਏ, ਜਿਹੜਾ ਕੰਮ ਕੀਤਾ ਬੇਨੀਅਤੀ ਨਾਲ ਕੀਤਾ, ਅੱਧਾ ਕੀਤਾ ਤੇ ਮਾਇਆ ਪੂਰੀ ਲੈ ਲਈ, ਫਿਰ ਉੱਥੇ ਕਿਵੇਂ ਕਰੇਗਾ ਕੰਮ? ਬਾਣੀ ਕਿਵੇਂ ਕੰਮ ਕਰੇਗੀ? ਬਾਣੀ ਨੇ ਕੰਮ ਕਰਨਾ ਨੇਕ ਨੀਤੀ ਦੇ ਨਾਲ, ਖਿਆਲ ਰੱਖੋ। ਅਸੀਂ ਇਸ ਚੀਜ਼ ਤੋਂ ਉਹਲੇ ਚਲੇ ਗਏ, ਪਾਸੇ ਚਲੇ ਗਏ। ਸਾਡਾ ਜਿਹੜਾ ਕਾਰੋਬਾਰ ਹੈ, ਧੰਦਾ ਹੈ, ਵਰਤਾਵ ਹੈ, ਪਰਿਵਾਰ ਵਿੱਚ, ਸੰਸਾਰ ਵਿੱਚ, ਉਹ ਸ਼ੁੱਧ ਨਹੀਂ, ਉਹਦੇ ਵਿੱਚ ਬੇਈਮਾਨੀ ਹੈ, ਝੂਠ ਹੈ, ਧੋਖਾ ਹੈ, ਫਰੇਬ। ਉੱਪਰੋਂ ਅਸੀਂ ਬੜੇ ਵੱਡੇ ਕੰਮ ਕਰਨੇ ਆ ਧਰਮ ਦੇ, ਤੇ ਉਹਦੇ ਵਿੱਚ ਤਾਂ ਹੀ ਫਲ ਨਹੀਂ ਮਿਲਦਾ। ਸਤਿਗੁਰੂ ਨੇ ਦੋਵੇਂ ਚੀਜ਼ਾਂ ਕਹੀਆਂ, ਕਹਿੰਦੇ ਉਹਦਾ ਨਾਮ ਵੀ ਜਪ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਤੇਰਾ ਵਰਤਾਵ ਜਿਹੜਾ ਉਹ ਵੀ ਚੰਗਾ ਹੋਣਾ ਚਾਹੀਦਾ। ਹਜ਼ੂਰ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਆਪਣੀ ਰਸਨਾ ਨੂੰ ਨਾਮ ਦੁਆਰਾ ਨਿਰਮਲ ਕਰ ਲੈ। ਨਿਰਮਲ ਦਾ ਮਤਲਬ ਝੂਠ ਤੋਂ ਬਚਾ ਕੇ ਰੱਖ ਇਸ ਰਸਨਾ ਨੂੰ, ਨਿੰਦਿਆ ਤੋਂ ਬਚਾ ਕੇ ਰੱਖ। ਫਿਰ ਇਹਦੇ ਨਾਲ ਤੂੰ ਨਾਮ ਜਪੇਂਗਾ ਤੇ ਅੰਮ੍ਰਿਤ ਪੀਵੇਂਗਾ। ਅੰਮ੍ਰਿਤ ਨੂੰ ਪੀਓ ਤੇ ਆਪਣੀ ਜਿੰਦ ਨੂੰ ਸਦਾ ਹੀ ਸੁਹੇਲੇ ਭਾਵ ਸੁਖੀ ਕਰ ਲਓ। ਹਜ਼ੂਰ ਕਹਿੰਦੇ ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਇਹਨਾਂ ਅੱਖਾਂ ਦੇ ਨਾਲ ਅਕਾਲ ਪੁਰਖ ਦਾ ਰੰਗ ਚੌਵਾਂ ਪਾਸੇ ਵੇਖ, ਉਹਦੇ ਜਲਵੇ ਦੇ ਦੀਦਾਰ ਕਰ, ਤੇ ਸਾਧ ਸੰਗਤ ਵਿੱਚ ਸਾਰੇ ਸੰਗ ਬਿਣਸ ਜਾਂਦੇ ਹਨ। ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਸਾਰੇ ਹੀ ਸੰਗ ਭਾਵ ਵਾਧੂ ਦੀ ਸੰਗਤ ਨਸ਼ਟ ਹੋ ਜਾਂਦੀ ਹੈ, ਇੱਕੋ ਸੰਗਤ ਬਚਦੀ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਇੱਕ ਬਿੰਦ ਵੀ ਟਿਕ ਕੇ, ਇੱਕ ਪਲ ਵੀ ਚੰਗੀ ਤਰ੍ਹਾਂ ਜਿਹੜੇ ਮਨੁੱਖ ਉਹਦਾ ਨਾਮ ਜਪਦੇ ਨੇ, ਉਹਨਾਂ ਦੇ ਸਾਰੇ ਪਾਪ ਤੇ ਦੁੱਖ ਖਤਮ ਹੋ ਜਾਂਦੇ ਨੇ। ਜਿਹੜੇ ਆਪਣੇ ਪੈਰਾਂ ਦੁਆਰਾ ਪਰਮਾਤਮਾ ਦੇ ਮਾਰਗ ਤੇ ਤੁਰਦੇ ਨੇ, ਉਹਦੇ ਰਾਹ ਤੇ ਸਫ਼ਰ ਕਰਦੇ ਨੇ, ਉਹਨਾਂ ਦੇ ਚਰਨ ਸਫਲ ਹੋ ਜਾਂਦੇ ਹਨ। ਔਰ ਜਿਹੜੇ ਰਸਨਾ ਦੁਆਰਾ ਜਪਦੇ ਨੇ, ਉਹਨਾਂ ਦੇ ਪਾਪ ਜਿਹੜੇ ਨੇ ਖਤਮ ਹੋ ਜਾਂਦੇ ਨੇ। ਹਜ਼ੂਰ ਕਹਿੰਦੇ ਕਰ ਹਰ ਕਰਮ, ਕਰ ਦੇ ਇੱਥੇ ਅਰਥ ਹੋਣਗੇ ਹੱਥ। ਕਰ ਆਪਣੇ ਹੱਥਾਂ ਦੇ ਨਾਲ ਸ਼ੁਭ ਕਰਮ ਕਰ, ਚੰਗੇ ਕੰਮ ਕਰ। ਸਰਵਨ ਹਰ ਕਥਾ, ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣ, ਉਹਦੀ ਉਸਤਤ ਨੂੰ ਸੁਣਿਆ ਕਰ। ਹਜ਼ੂਰ ਕਹਿੰਦੇ ਹਰ ਦਰਗਾਹ ਨਾਨਕ ਉਜਲ ਮੱਥਾ। ਇਸ ਤਰ੍ਹਾਂ ਤੇਰਾ ਮੱਥਾ ਜਿਹੜਾ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਜਲ ਭਾਵ ਤੂੰ ਨਿਸ਼ਚਿੰਤ ਹੋ ਕੇ ਉਹਦੇ ਘਰ ਵਿੱਚ ਥਾਂ ਪ੍ਰਾਪਤ ਕਰ ਲਏਗਾ। ਜੇ ਇਸ ਤਰ੍ਹਾਂ ਉੱਪਰ ਵਾਲੇ ਸਾਰੇ ਕਾਰਜ ਠੀਕ ਤਰੀਕੇ ਨਾਲ ਕੀਤੇ ਜਾਣਗੇ, ਹਜ਼ੂਰ ਕਹਿੰਦੇ ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ। ਇਸ ਜਗਤ ਦੇ ਵਿੱਚ ਉਹਨਾਂ ਦਾ ਜੀਵਨ ਭਾਗਸ਼ਾਲੀ ਹੈ, ਬਹੁਤ ਮਹਾਨ ਹੈ, ਜਿਹੜੇ ਸਦਾ ਹੀ ਨਿਰੰਤਰ ਅਕਾਲ ਪੁਰਖ ਦੀ ਮੁਹੱਬਤ ਵਿੱਚ, ਪਿਆਰ ਵਿੱਚ
ਉਹਦੇ ਗੁਣਾਂ ਨੂੰ, ਉਹਦੀਆਂ ਬਖਸ਼ਾਂ ਨੂੰ ਆਪਣੇ ਜੀਵਨ ਵਿੱਚ ਗਾਹੇ ਰਸਨਾ ਤੋਂ ਗਾਉਂਦੇ ਨੇ ਔਰ ਹਿਰਦੇ ਦੇ ਵਿੱਚ ਗਹਿ ਕਰ ਲੈਂਦੇ ਨੇ, ਧਾਰਨ ਕਰ ਲੈਂਦੇ, ਪਕੜ ਲੈਂਦੇ ਹਨ। ਐਸੇ ਮਨੁੱਖ ਬੜੇ ਹੀ ਭਾਗਸ਼ਾਲੀ, ਵੱਡੀ ਕਿਸਮਤ ਵਾਲੇ ਹਨ। ਹਜ਼ੂਰ ਕਹਿੰਦੇ RAM ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜਿਹੜੇ ਅਕਾਲ ਪੁਰਖ ਦੇ ਨਾਮ ਦੀ ਵਿਚਾਰ ਕਰਦੇ ਰਹਿੰਦੇ, ਆਪਣੇ ਵਿਚਾਰਾਂ ਦੇ ਵਿੱਚ ਉਹਦੀ ਉਸਤਤ ਕਰਦੇ ਰਹਿੰਦੇ ਨੇ, ਉਹ ਮਨੁੱਖ ਐਸੇ ਧਨ ਨੂੰ ਪ੍ਰਾਪਤ ਕਰ ਲੈਂਦੇ ਨੇ ਜੋ ਦਿਸਣ ਵਿੱਚ ਨਹੀਂ ਆਉਂਦਾ। ਬੜੇ ਬੜੇ ਵੱਡੇ ਖਜ਼ਾਨੇ ਅਦ੍ਰਿਸ਼ਟ ਜੋ ਦਿਸਦੇ ਨਹੀਂ, ਉਹਨਾਂ ਦੇ ਖਜ਼ਾਨੇ ਦੇ ਵਿੱਚ ਭਰੇ ਜਾਂਦੇ ਨੇ। ਉਹਨਾਂ ਦਾ ਖਜ਼ਾਨਾ ਨਾਮ ਨਾਲ ਭਰਪੂਰ ਹੋ ਜਾਂਦਾ। ਜਿਹੜੇ ਅਕਾਲ ਪੁਰਖ ਦੇ ਨਾਮ ਦੀ ਵਿਚਾਰ ਕਰਦੇ ਨੇ, ਸੇ ਧਨਵੰਤ ਗਣੀ, ਗਿਣੇ ਜਾਂਦੇ ਹਨ, ਬਹੁਤ ਹੀ ਧਨਵਾਨ ਸੰਸਾਰ ਵਿੱਚ ਗਿਣੇ ਜਾਂਦੇ ਨੇ। ਹਜ਼ੂਰ ਕਹਿੰਦੇ ਮਨ ਤਨ ਮੁਖ ਬੋਲੇ ਹੈ ਹਰ ਮੁਖੀ। ਆਮ ਤੌਰ ਤੇ ਬੰਦੇ ਦੀ ਇੱਕ ਖਵਾਇਸ਼ ਹੁੰਦੀ ਹੈ ਕਿ ਮੈਂ ਕਿਤੇ ਸਾਰਿਆਂ ਦਾ ਮੁਖੀ ਹੋਵਾਂ, ਸਾਰਿਆਂ ਦਾ ਮੁੱਖ ਵਿਸ਼ੇਸ਼, ਸਾਰੀ ਮਸ਼ੀਨਰੀ ਮੇਰੇ ਆਲੇ ਦੁਆਲੇ ਘੁੰਮੇ। ਫਰਕ ਪੈ ਜਾਂਦਾ ਸਾਧ ਸੰਗਤ, ਇੱਕ ਬੰਦੇ ਦੇ ਨਾਲ 4 ਬੰਦੇ ਤੁਰਨ, ਤੋਰ ਵਿੱਚ ਫਰਕ ਪੈਂਦਾ। ਇਹ ਚਾਹਤ ਹੈ ਬੰਦੇ ਦੀ, ਸੰਸਾਰ ਮੇਰੇ ਦੁਆਲੇ ਘੁੰਮੇ। ਹਜ਼ੂਰ ਨੇ ਕਿਹਾ ਸੰਸਾਰ ਤੇਰੇ ਦੁਆਲੇ ਘੁੰਮੇਗਾ, ਤੂੰ ਉਹਦੇ ਦੁਆਲੇ ਘੁੰਮੇਗਾ, ਤਾਂ ਤੂੰ ਉਹਦੇ ਨਾਲ ਪ੍ਰੇਮ ਕਰੇਗਾ, ਸੰਸਾਰ ਤੇਰੇ ਦੁਆਲੇ। ਇਸ ਤਰੀਕੇ ਦੇ ਨਾਲ ਉਹ ਮੁਖੀ ਹੋ ਗਏ। ਮਨ ਤਨ ਮੁਖ ਬੋਲੇ ਹਰ ਮੁਖੀ। ਜਿਹੜੇ ਆਪਣੇ ਮਨ ਵਿੱਚ ਤੇ ਤਨ ਦੁਆਰਾ, ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਉਹ ਲੋਕ ਕਹਿੰਦੇ ਮੁਖ ਹੋ ਗਏ, ਸੰਸਾਰ ਵਿੱਚ ਪੰਚ ਪ੍ਰਵਾਨ ਹੋ ਗਏ, ਚੁਣੇ ਹੋਏ ਹਨ। ਹਜ਼ੂਰ ਕਹਿੰਦੇ ਸਦਾ ਸਦਾ ਜਾਨੋ ਤੇ ਸੁਖੀ। ਉਹ ਸਦੀਵ ਕਾਲ ਇੱਕ ਐਸੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜਾ ਸੁਖ ਕਿਸੇ ਤੋਂ ਮੰਗ ਕੇ ਨਹੀਂ ਲਿਆ ਜਾਂਦਾ। ਕਿਉਂਕਿ ਇੱਕ ਗੱਲ ਖਿਆਲ ਰੱਖਣਾ, ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਪ੍ਰਾਪਤ ਕਰਨੇ ਆ ਉਹ ਬਿਲਕੁਲ ਨਹੀਂ ਰਹਿਣਗੀਆਂ। ਇਹ ਪੱਕਾ ਵਿਗਿਆਨ ਧਾਰਨ ਕਰ ਲੈਣਾ। ਜਿਹੜੀ ਵਸਤੂ ਅਸੀਂ ਬਾਹਰੋਂ ਲੈ ਰਹੇ ਹਾਂ ਨਾ, ਕਿਸੇ ਤੋਂ ਵੀ, ਭਾਵੇਂ ਪਰਿਵਾਰ ਕੋਲੋਂ ਕਿਉਂ ਨਾ ਲੈਂਦੇ ਹੋਈਏ, ਪੁੱਤਰਾਂ ਤੋਂ ਸਤਿਕਾਰ ਮਿਲ ਰਿਹਾ ਹੈ, ਭਰਾਵਾਂ ਤੋਂ ਮਿਲ ਰਿਹਾ ਹੈ, ਸੰਸਾਰ ਤੋਂ ਮਿਲ ਰਿਹਾ ਹੈ, ਇਹ ਖਿਆਲ ਕਰਨਾ ਵੀ ਇਹ ਵਾਪਸ ਲੈ ਲਿਆ ਜਾਏਗਾ, ਇਹਦੇ ਉੱਤੇ ਬਹੁਤਾ ਨਿਸ਼ਚਿੰਤ ਨਾ ਹੋਣਾ। ਸਾਡੇ ਕੋਲ ਉਹ ਹੀ ਰਹਿ ਸਕਦਾ ਜੋ ਸਾਡੇ ਆਪਣੇ ਅੰਦਰ ਹੈ, ਬਸ ਉਹਦੇ ਤੇ ਯਕੀਨ ਕਰਨਾ। ਇਸ ਲਈ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣੀ ਉਸਤਤ ਵਡਿਆਈ ਬਖਸ਼ਿਸ਼ ਕੀਤੀ, ਉਹ ਅੰਦਰੋਂ ਇੰਨੇ ਗਨੀਮ ਹੋ ਗਏ, ਇੰਨੇ ਸਾਧ ਸੰਗਤ ਧਨਵਾਨ ਹੋ ਗਏ, ਉਹ ਬਾਹਰਲੀਆਂ ਚੀਜ਼ਾਂ ਨੂੰ ਪ੍ਰਵਾਨ ਤੇ ਕਰੀ ਜਾਂਦੇ ਨੇ। ਪਤਾ ਹੈ ਅਮਾਨਤ ਹੈ, ਇਹਨਾਂ ਨੇ ਵਾਪਸ ਲੈ ਲੈਣੀ। ਅੱਜ ਜਿਹੜੇ ਲੋਕ ਨਾਲ ਤੁਰਦੇ ਨੇ, ਕੀ ਪਤਾ ਕੱਲ੍ਹ ਨੂੰ ਕਿਵੇਂ ਚੱਲੇਗਾ। ਇਸ ਤਰ੍ਹਾਂ ਦੀ ਅਵਸਥਾ ਵਿੱਚ ਉਹ ਰਹਿੰਦੇ ਨੇ। ਉਹ ਚੀਜ਼ਾਂ ਕਿਸੇ ਦੀਆਂ ਦੇ ਉੱਤੇ ਭਰੋਸਾ ਕਰਨ ਦੀ ਗਲਤੀ ਨਹੀਂ ਕਰਦੇ, ਕਿਉਂਕਿ ਕਿਸੇ ਦਾ ਕੁਝ ਵੀ ਸਾਡੇ ਕੰਮ ਨਹੀਂ ਆਏਗਾ। ਉਹ ਹੀ ਸਾਡੇ ਕੰਮ ਆਏਗਾ ਜੋ ਸਾਡੇ ਅੰਦਰ ਹੈ, ਕੋਲ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਸਦੀਵ ਇੱਕ ਸੁਖ ਦੀ ਪ੍ਰਾਪਤੀ ਕਰ ਲੈਂਦੇ ਹਨ। ਹਜ਼ੂਰ ਕਹਿੰਦੇ ਕੋ ਏਕ ਪਛਾਨੈ। ਪਛਾਣ ਆਉਣੀ ਬੜੀ ਵੱਡੀ ਗੱਲ ਹੈ। ਕਈ ਵਾਰੀ ਸਾਨੂੰ ਕਿਸੇ ਦੀ ਪਹਿਚਾਣ ਕੋਈ ਨਹੀਂ ਆਉਂਦੀ। ਕਹਿੰਦੇ ਜਿਨ੍ਹਾਂ ਨੇ ਪਹਿਚਾਣ ਲਿਆ ਕਿ ਪਰਮਾਤਮਾ ਹੈ, ਸਾਰਿਆਂ ਦੇ ਵਿੱਚੋਂ ਉਹਨੂੰ ਲੱਭ ਲਿਆ, ਪਹਿਚਾਣ ਕਰ ਲਈ, ਇਤ ਉਤ ਕੀ ਉਹ ਸੋਝੀ ਜਾਣੈ, ਉਹਨਾਂ ਨੂੰ ਇੱਥੋਂ ਦੀ ਤੇ ਪਰਲੋਕ ਦੀ ਸੋਝੀ ਹੁੰਦੀ ਹੈ ਕਿ ਇਸ ਸੰਸਾਰ ਵਿੱਚ ਕੀ ਹੈ ਤੇ ਅੱਗੇ ਕੀ ਹੈ। ਸਾਰੇ ਕੁਝ ਨੂੰ ਉਹ ਜਾਣ ਲੈਂਦੇ ਨੇ, ਸੋਝੀ ਪ੍ਰਾਪਤ ਕਰ ਲੈਂਦੇ ਹਨ। ਨਾਮ ਸੰਗ ਜਿਸ ਕਾ ਮਨ ਮਾਨਿਆ। ਹੁਣ ਮਨ ਨਾਮ ਵਿੱਚ ਮੰਨੇ ਤੇ ਉੱਥੋਂ ਗੱਲ ਸ਼ੁਰੂ ਹੋਵੇਗੀ। ਜ਼ਰੂਰੀ ਨਹੀਂ ਜਪਣਾ ਹੋਰ ਚੀਜ਼ ਹੈ, ਮਨ ਦਾ ਮਨ ਜਾਣਾ। 100% ਮਨ ਕਵੇ ਵੀ ਵਾਕਈ ਜੋ ਮੈਂ ਜਪਿਆ ਉਹਦੇ ਵਿੱਚ ਕੁਝ ਹੈ, ਤੇ ਫਿਰ ਗੱਲ ਸ਼ੁਰੂ ਹੋਵੇਗੀ। ਮਨ ਨੂੰ ਮਨਾਉਣਾ ਇਹਦੇ ਵਿੱਚ ਅਤ ਜ਼ਰੂਰੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਉਸ ਮਨੁੱਖ ਨੇ ਨਿਰਅੰਜਨ, ਅੰਜਨ ਦੇ ਅਰਥ ਨੇ ਕਾਲਕ ਸੁਰਮਾ, ਮਾਇਆ ਤੋਂ ਰਹਿਤ ਵਾਹਿਗੁਰੂ ਨੂੰ ਜਾਣ ਲਿਆ, ਉਹਨੂੰ ਪਹਿਚਾਨ ਲਿਆ। ਹਜ਼ੂਰ ਕਹਿੰਦੇ ਗੁਰ ਪ੍ਰਸਾਦ
ਆਪਣੇ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਹੁਣ ਇਹ ਤਿੰਨ ਚੀਜ਼ਾਂ ਨੇ, ਇੱਕ ਸਾਡਾ ਆਪਣਾ ਆਪ, ਤੇ ਅਸੀਂ ਆਪਣੇ ਆਪ ਨੂੰ ਆਪ ਵੇਖਣਾ, ਤੇ ਉਹਦੇ ਵਿੱਚ ਇੱਕ ਸਾਧਨ ਚਾਹੀਦਾ। ਇਹ ਹੈ ਸਾਰੀ ਖੇਡ ਧਰਮ ਦੀ, ਇਹਦੇ ਤਿੰਨ ਚੀਜ਼ਾਂ ਤੇ ਖੜੀ ਹੋਈ। ਸਾਰੀ ਸਾਧਨਾ ਇੱਥੇ ਖੜੀ ਹੈ। ਜਦੋਂ ਵੀ ਕਿਸੇ ਨੂੰ ਕੁਝ ਇਸ ਮਾਰਗ ਤੋਂ ਲੱਭਾ ਤੇ ਇੱਥੋਂ ਮਿਲਿਆ, ਆਪਣੇ ਆਪ ਦੇ ਵਿੱਚੋਂ, ਬਾਹਰੋਂ ਨਹੀਂ ਕਿਤੋਂ ਮਿਲਿਆ। ਕਿਉਂਕਿ ਮੈਂ ਇੱਕ ਉਦਾਹਰਨ ਦਿਆਂ, ਜਿੰਨੀਆਂ ਬਰਕਤਾਂ ਪਰਮਾਤਮਾ ਵਿੱਚ ਨੇ ਉਨੀਆਂ ਬਰਕਤਾਂ ਸਾਡੇ ਵਿੱਚ ਨੇ। ਖਿਆਲ ਰੱਖਣਾ, ਇਹ ਇੱਕ ਸਿਧਾਂਤ ਹੈ, ਇਹ ਇੱਕ ਵਿਗਿਆਨ ਹੈ। ਜਿੰਨੀ ਤਾਕਤ ਉਹਦੇ ਵਿੱਚ ਹੈ ਉਨੀ ਤਾਕਤ ਸਾਡੇ ਸਾਰਿਆਂ ਦੇ ਸਰੀਰਾਂ ਵਿੱਚ ਹੈ। ਬਿਲਕੁਲ 100%, 1% ਵੀ ਘੱਟ ਨਹੀਂ ਹੈ। ਜੋ ਕੁਝ ਉਹਦੇ ਵਿੱਚ ਹੈ ਉਹੀ ਸਾਡੇ ਵਿੱਚ ਹੈ। ਅਸੀਂ ਮੰਨਾਂਗੇ ਨਹੀਂ, ਕਿਉਂਕਿ ਅਸੀਂ ਬਹੁਤ ਡਰੇ ਹੋਏ, ਕਮਜ਼ੋਰ, ਹੀਣ ਭਾਵ ਵਿੱਚ ਜਿਉਣ ਵਾਲੇ ਲੋਕ ਹੋ ਗਏ, ਦੱਬੇ ਹੋਏ। ਅਸੀਂ ਕਿਵੇਂ ਕਹਿ ਸਕਾਂਗੇ ਸਾਡੇ ਵਿੱਚ ਵੀ ਕੁਝ ਹੈ? ਹੁਣ ਇੱਥੇ ਆ ਕੇ ਜਿਹੜੀ ਪਹਿਲੀ ਤੁਕ ਸੀ ਨਾ ਵੀ ਸਿਆਣਪ ਛੱਡ ਦਿਓ, ਉਹਦੀ ਦਸ਼ਾ ਹੋ ਰਹੀ। ਇੱਥੇ ਗੁਰੂ ਸਾਹਿਬ ਆਪਣੀ ਸ਼ਕਤੀ ਦੀ ਗੱਲ ਕਰ ਰਹੇ ਨੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇੱਕ ਬੰਦੇ ਦੇ ਸਰੀਰ ਵਿੱਚ 1.25 ਲੱਖ ਸਰੀਰ ਜਿੰਨੀ ਤਾਕਤ ਹੈ। ਇਹ ਵਿਗਿਆਨ ਹੈ, ਬਿਲਕੁਲ ਸੱਚ। ਮਨੁੱਖ ਦੀ ਸ਼ਕਤੀ ਅਸੀਮ ਹੈ, ਬਸ਼ਰਤੇ ਕਿ ਉਹਦੇ ਨਾਲ ਉਹ ਕਨੈਕਸ਼ਨ ਕਰ ਲਵੇ ਗੁਰੂ ਦੁਆਰਾ। ਹੁਣ ਲਾਈਟ ਜਿੰਨੀ ਮਰਜ਼ੀ ਭਰੀ ਹੋਵੇ, ਪਿੱਛੇ ਕਨੈਕਸ਼ਨ ਹੀ ਨਹੀਂ ਹੋ ਰਿਹਾ ਤੇ ਲਾਈਟ ਜਗੇਗੀ ਕਿਵੇਂ? ਸਾਡੇ ਬਲਬ ਬੁੱਝੇ ਕਿਉਂ ਹੋਏ ਨੇ? ਸਾਡੀਆਂ ਬੱਤੀਆਂ ਬੁੱਝੀਆਂ ਕਿਉਂ ਨੇ? ਇਸ ਕਰਕੇ ਨਹੀਂ ਬੁੱਝੀਆਂ ਕਿ ਸਾਡੇ ਵਿੱਚ ਸ਼ਕਤੀ ਨਹੀਂ ਹੈ। ਪਾਵਰਫੁੱਲ ਹੈ ਜੀਵਨ ਜਿਹੜਾ, ਬਸ ਸਾਡੇ ਕਨੈਕਸ਼ਨ ਨਹੀਂ ਹੋ ਰਹੇ। ਤੇ ਕਨੈਕਸ਼ਨ ਗੁਰੂ ਤੋਂ ਬਿਨਾਂ ਹੁੰਦੇ ਨਹੀਂ, ਗੁਰਪ੍ਰਸਾਦ ਤੋਂ ਬਿਨਾਂ ਹੁੰਦੇ ਨਹੀਂ, ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ। ਇੰਨੀ ਸ਼ਕਤੀ ਹੈ। ਗੁਰਪ੍ਰਸਾਦ ਆਪਣ ਆਪ ਸੁਝੈ। ਜਿੱਦਣ ਕੋਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੇਖ ਲੈ ਤੇ ਹੈਰਾਨ ਹੋ ਜਾਂਦਾ, ਮੈਂ ਤੇ ਬਾਹਰੋਂ ਲੱਭਦਾ ਫਿਰਦਾ, ਸ਼ਕਤੀ ਤੇ ਇੱਥੇ ਬਹੁਤ ਜ਼ਿਆਦਾ ਹੈ, ਤਾਕਤ ਤੇ ਇੱਥੇ ਬੜੀ। ਤਾਂ ਅਸੀਮ ਸ਼ਕਤੀ ਇਹਦੇ ਵਿੱਚੋਂ ਮੈਂ ਉਦਾਹਰਨ ਦੇ ਰਿਹਾ ਸੀ ਵੀ ਜਿੰਨੀ ਪਰਮਾਤਮਾ ਵਿੱਚ ਓਨੀ ਉਹਨੇ ਮਨੁੱਖ ਵਿੱਚ ਪਾਈ ਹੈ। ਇਹਦੀ ਇੱਕ ਸਪਸ਼ਟ ਉਦਾਹਰਨ ਹੈ, ਜਿਹਨੂੰ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਤੇ ਤੁਸੀਂ ਵੇਖਿਆ ਹੋਵੇਗਾ, ਇੱਕ ਮਨੁੱਖੀ ਬਾਪ ਦੇ ਘਰ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਹੈ, ਤੁਸੀਂ ਪੈਦਾ ਹੁੰਦਿਆਂ ਸਾਰ ਉਹਨੂੰ ਟੈਸਟ ਕਰਾਓ, ਜਿੰਨਾ ਕੁਝ ਉਹਦੇ ਬਾਪ ਦੇ ਸਰੀਰ ਵਿੱਚ ਜੋ ਕੁਝ ਹੈ ਉਹ ਸਾਰਾ ਉਹਦੇ ਵਿੱਚ ਤੁਹਾਨੂੰ ਮਿਲੇਗਾ। ਇੱਕ ਵੀ ਅੰਗ ਘੱਟ ਨਹੀਂ ਹੋਵੇਗਾ। ਇਹ ਨਹੀਂ ਹੋ ਸਕਦਾ ਬਾਪ ਦੀਆਂ 5 ਉਂਗਲਾਂ ਸਨ ਤੇ ਉਹਦੀਆਂ 4 ਨੇ, ਬਾਪ ਦੀਆਂ 2 ਲੱਤਾਂ ਸਨ ਉਹਦੀ 1 ਹੈ। ਕਿਤੇ ਕਿਤੇ ਵਾਪਰ ਜਾਓ, ਬਹੁਤ ਕਰੋੜਾਂ ਅਰਬਾਂ ਵਿੱਚੋਂ 1, ਉਹਦੀ ਨਹੀਂ ਮੈਂ ਗੱਲ ਕਰ ਰਿਹਾ। ਜੋ ਕੁਝ ਬਾਪ ਦਾ ਤਨ, ਉਹਦੀ ਬਾਡੀ ਹੈ, ਬੱਚੇ ਦਾ ਉਹੀ ਹੈ ਸਭ ਕੁਝ। ਪਰ ਉਹਨਾਂ ਵਿੱਚ ਇੱਕ ਚੀਜ਼ ਵਿੱਚ ਬੜਾ ਭਾਰਾ ਅੰਤਰ ਹੈ। ਬੱਚੇ ਦੇ ਸਰੀਰ ਦੀਆਂ ਨਾੜੀਆਂ ਸਾਰੀਆਂ ਉਹ ਜਿਹੜੀਆਂ ਉਹਦੇ ਬਾਪ ਦੀਆਂ ਨੇ, ਹੱਡੀਆਂ ਉਸੇ ਤਰ੍ਹਾਂ ਦੀਆਂ, ਅੰਗ ਸਾਰੇ ਉਹ, ਪਰ ਇੱਕ ਬਹੁਤ ਭਾਰਾ ਅੰਤਰ ਹੈ। ਉਹ ਅੰਤਰ ਹੈ ਸ਼ਕਤੀ ਦਾ, ਤਾਕਤ ਦਾ ਫਰਕ ਹੈ। ਬਾਪ ਤੁਰ ਫਿਰ ਸਕਦਾ, ਭਾਰ ਚੁੱਕ ਸਕਦਾ, ਬੱਚਾ ਤੁਰ ਨਹੀਂ ਸਕਦਾ। ਹੁਣ ਜਿਉਂ-ਜਿਉਂ ਉਹਦੀ ਉਮਰ ਵਧੇਗੀ ਤੇ ਉਹਦੇ ਸਰੀਰ ਨੂੰ ਖੁਰਾਕ ਮਿਲੇਗੀ, ਇੱਕ ਦਿਨ ਉਹ ਬੱਚਾ ਜਦੋਂ ਬਾਪ ਦੀ ਉਮਰ ਵਿੱਚ ਆਏਗਾ ਉਨਾ ਹੀ ਸ਼ਕਤੀਸ਼ਾਲੀ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਹਿੱਸਾ ਹੈ, ਪਰਮਾਤਮਾ ਤੋਂ ਜਨਮਿਆ, ਕਹੋ ਕਬੀਰ ਇਹ ਰਾਮ ਕੀ ਅੰਸ਼, ਉਹਦੇ ਵਿੱਚ ਓਨੀ ਹੀ ਤਾਕਤ ਹੈ ਜਿੰਨੀ ਪਰਮਾਤਮਾ ਵਿੱਚ, ਓਨੇ ਹੀ ਅੰਗ ਨੇ ਉਹਦੇ ਜਿੰਨੇ ਪਰਮਾਤਮਾ ਦੇ ਅੰਗ ਨੇ। ਪਰ ਅਸੀਂ ਉਹਨੂੰ ਜਦੋਂ ਨਾਮ ਦੀ ਖੁਰਾਕ ਤੋਂ ਵਾਂਝਾ ਕਰ ਦਿੰਦੇ ਹਾਂ ਤੇ ਉਹ ਜਿਵੇਂ ਦਾ ਜਨਮਿਆ ਸੀ ਪਿੰਗਲਾ ਜਿਹਾ ਉੱਥੇ ਪਿਆ ਹੋਇਆ, ਉਹਦੇ ਪੱਲੇ ਕੱਖ ਵੀ ਨਹੀਂ, ਉੱਥੇ ਹੀ ਰੋਈ ਜਾਂਦਾ ਬਹਿ ਕੇ ਅੰਦਰਲਾ ਹਿੱਸਾ, ਭਿਖਾਰੀ ਬਣ ਗਿਆ। ਜਿਵੇਂ ਬੱਚੇ ਨੂੰ ਖੁਰਾਕ ਨਾ ਮਿਲੇ ਤੇ ਉੱਥੇ ਹੀ ਪਿਆਰ ਹੋਵੇ, ਵਧੇ ਹੀ ਨਾ। ਪਾਇਆ ਉਹਨੇ ਸਾਡੇ ਵਿੱਚ ਸਾਰਾ ਕੁਝ ਸੀ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ। ਇੱਥੇ ਖਿਆਲ ਰੱਖਣਾ, ਵਾਰ-ਵਾਰ ਗੁਰੂ ਸਾਹਿਬ ਕਹਿਣਗੇ ਗੁਰ ਪ੍ਰਸਾਦੀ। ਤੈਨੂੰ ਵਿੱਚ ਗੁਰੂ ਸ਼ਬਦ ਚਾਹੀਦਾ ਹੈ, ਗੁਰੂ ਚਾਹੀਦਾ ਹੈ, ਤਾਂ ਤੇਰਾ ਕਨੈਕਸ਼ਨ ਉਸ ਤੇਰੀ ਅਸੀਮ ਸ਼ਕਤੀ ਨਾਲ ਹੋਏਗਾ। ਤੇ ਫਿਰ ਉਹਦੇ ਵਿੱਚੋਂ ਹੀ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ, ਭਾਈ ਬਚਿੱਤਰ ਸਿੰਘ
ਤੇਰੇ ਵਿੱਚ ਇੱਕ ਹਾਥੀ ਨਾਲ ਨਹੀਂ 1.25 ਲੱਖ ਬੰਦੇ ਨਾਲ ਲੜਨ ਜਿੰਨੀ ਸ਼ਕਤੀ ਜਗਾ ਦਿੱਤਾ ਗੁਰੂ ਸਾਹਿਬ ਨੇ, ਕਨੈਕਸ਼ਨ ਕਰ ਦਿੱਤਾ। ਐਵੇਂ ਨਹੀਂ ਸੰਸਾਰ ਸੰਗਤ 40 ਭੁੱਖੇ ਪਾਣੇ ਸਰੀਰ 10 ਲੱਖ ਦੇ ਸਾਹਮਣੇ ਜਕਾਰੇ ਐਵੇਂ ਨਹੀਂ ਸਨ ਬੁਲਾ ਰਹੇ। ਉਹ ਇਕੱਲੀ ਕੋਈ ਕਲਪਨਾ ਨਹੀਂ ਸੀ, ਕੋਈ ਉਹਨਾਂ ਨੂੰ ਨਸ਼ਾ ਖਵਾ ਕੇ ਇਮੋਸ਼ਨਲ ਨਹੀਂ ਸੀ ਕੀਤਾ ਗਿਆ। ਉਹਨਾਂ ਦੀ ਉਸ ਅਸੀਮ ਸ਼ਕਤੀ ਨੂੰ ਜਿਹੜੀ ਉਹਨਾਂ ਦੇ ਸਰੀਰਾਂ ਵਿੱਚ ਪਰਮਾਤਮਾ ਨੇ ਸਾਰਿਆਂ ਦੇ ਪਾਈਏ, ਪੂਰੇ ਗੁਰੂ ਨੇ ਕਲਗੀਆਂ ਵਾਲੇ ਨੇ ਕਨੈਕਸ਼ਨ ਕਰ ਦਿੱਤੇ। ਫਿਰ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਸੀ ਅੜਦਾ। ਇਹ ਉਹ ਲੋਕ ਤਾਂ ਇੱਥੇ ਕਹਿ ਰਹੇ ਨੇ ਤੂੰ ਆਪਣੇ ਆਪ ਨੂੰ ਗੁਰੂ ਦੁਆਰਾ ਸਮਝ, ਗੁਰਪ੍ਰਸਾਦ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਸਮਝ। ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ। ਫਿਰ ਉਹਦੀ ਸਾਰੀ ਤ੍ਰਿਸ਼ਨਾ ਖਤਮ ਹੋ ਗਈ। ਤ੍ਰਿਸ਼ਨਾ ਤਾਂ ਹੈ ਕਿਉਂਕਿ ਜੋ ਕੁਝ ਸਾਨੂੰ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ, ਇਸ ਕਰਕੇ ਭੁੱਖਾ ਜੀਵਨ ਹੈ। ਜਦੋਂ ਸਾਡੇ ਅੰਦਰੋਂ ਹੀ ਸਾਰਾ ਕੁਝ ਲੱਭ ਪਿਆ, ਹੀਰਾ ਸਿੱਖੀ ਦਾ, ਨਾਮ ਦਾ, ਤੇ ਉਹ ਤ੍ਰਿਸ਼ਨਾ ਸ਼ਾਂਤ ਹੋ ਗਈ। ਹਜ਼ੂਰ ਕਹਿੰਦੇ ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਜਿਹੜੇ ਮਨੁੱਖ ਸਾਧ ਸੰਗਤ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਨੇ, ਕਹਿੰਦੇ ਨੇ, ਉਹ ਸਾਰੇ ਰੋਗਾਂ ਤੋਂ ਨਿਜਾਤ ਹਾਸਲ ਕਰ ਲੈਂਦੇ ਨੇ, ਰਹਿਤ ਹੋ ਜਾਂਦੇ ਨੇ। ਉਹ ਹਰ ਜਨ ਸਾਰੀ ਪ੍ਰਕਾਰ ਦੇ ਦੁੱਖਾਂ ਤੋਂ, ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ, ਰੋਗਾਂ ਤੋਂ ਮੁਕਤ ਹੋ ਜਾਂਦੇ ਹਨ। ਹਜ਼ੂਰ ਕਹਿੰਦੇ ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਤ ਮਹਿ ਸੋਈ ਨਿਰਵਾਣ। ਬੜੀ ਸੁੰਦਰ ਵਿਆਖਿਆ ਗੁਰੂ ਅਰਜਨ ਦੇਵ ਜੀ ਕਰ ਰਹੇ ਨੇ। ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਗ੍ਰਸਤੀ ਹੈ, ਸਿੱਖ ਨੂੰ ਗ੍ਰਸਤੀ ਬਣਾਇਆ ਹੈ। ਬੜੀਆਂ ਵਿਆਖਿਆ ਅਸੀਂ ਆਪ ਹੀ ਸਿੱਖੀ ਦੀਆਂ ਕਰ ਦਿੱਤੀਆਂ, ਜੋ ਕੁਝ ਸਾਨੂੰ ਚੰਗਾ ਲੱਗਦਾ ਸੀ। ਸਿੱਖ ਗ੍ਰਸਤੀ ਹੈ। ਸਾਡੀ ਇਹ ਹਾਲਾਤ ਹੈ ਕਿ ਕਿਸੇ ਬੰਦੇ ਨੂੰ ਡਾਕਟਰ ਨੇ ਕਿਹਾ ਸੀ ਤੂੰ ਪਿਆਜ਼ ਨਾ ਖਾਈ, ਪਿਆਜ਼ ਨਾ ਖਾਈ, ਤੇ ਉਹ ਆਮ ਤੌਰ ਤੇ ਪੰਡਤ ਜੀ ਸਾਨੂੰ ਹਰੇ ਹਰੇ ਜਪਦੇ ਰਹਿੰਦੇ ਸਨ। ਹਰੇ ਹਰੇ, ਹਰੇ ਹਰੇ ਦਾ ਮਤਲਬ ਪਰਮਾਤਮਾ ਦਾ ਨਾਮ ਉਹ ਜਪਦੇ ਸਨ। ਉਹ ਕਿਸੇ ਥਾਂ ਤੇ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਸੀ, ਉਹ ਪੰਗਤ ਵਿੱਚ ਬੈਠੇ ਸਨ ਤੇ ਵਰਤਾਵੇ ਦੇ ਕੋਲ ਪਿਆਜ਼ ਸਨ, ਗੰਢੇ ਸਨ। ਜਦੋਂ ਵਰਤਾਨ ਆਇਆ ਨਾ, ਸਾਰਿਆਂ ਨੇ ਪਿਆਜ਼ ਗੰਢੇ ਲੈ ਲਏ, ਪਰ ਉਹ ਜਿਹੜਾ ਸੱਜਣ ਸੀ, ਜਿਹੜਾ ਹਰੇ ਹਰੇ ਜਪਦਾ ਹੁੰਦਾ ਸੀ ਨਾ, ਉਹਨੂੰ ਹਕੀਮ ਨੇ ਕਿਹਾ ਸੀ ਤੂੰ ਪਿਆਜ਼ ਨਾ ਖਾਈ, ਤੇਰੇ ਲਈ ਠੀਕ ਨਹੀਂ ਸਿਹਤ ਵਾਸਤੇ। ਪਰ ਉਹਦਾ ਮਨ ਕਰੇ ਵੀ ਖਾਵਾਂ, ਤੇ ਹੁਣ ਕਵੇ ਕਿ ਲੋਕਾਂ ਨੂੰ ਵੀ ਦੱਸ ਬੈਠਾ ਸੀ ਮੈਂ ਗੰਢੇ ਨਹੀਂ ਖਾਂਦਾ, ਗੰਢੇ ਨਹੀਂ ਖਾਂਦਾ, ਪਿਆਜ਼ ਨਹੀਂ ਖਾਂਦਾ। ਪੰਡਤ ਜੀ ਸਨ। ਉਹ ਜਦੋਂ ਵਰਤਾਨ ਆ ਰਿਹਾ ਸੀ ਨਾ, ਤੇ ਵਰਤਾਉਣ ਵਾਲੇ ਨੇ ਕਿਹਾ ਜੀ ਪਿਆਜ਼ ਤੁਹਾਡੇ ਅੱਗੇ ਰੱਖਾਂ? ਕਹਿਣ ਲੱਗੇ ਹਰੇ ਹਰੇ। ਹਰੇ ਹਰੇ ਦਾ ਮਤਲਬ, ਉਹ ਅੱਗੇ ਲੰਘ ਗਿਆ ਵਰਤਾਉਣ ਵਾਲਾ, ਉਹਨੇ ਕਿਹਾ ਵੀ ਇਹ ਤੇ ਪਹਿਲਾਂ ਵੀ ਹਰੇ ਹਰੇ ਜਪਦੇ ਰਹਿੰਦੇ ਨੇ। ਉਹਨੇ ਬੁਲਾਇਆ ਕੋਲ, ਕਹਿਣ ਲੱਗਾ ਹਰੇ ਹਰੇ ਦਾ ਮਤਲਬ ਅੱਜ ਰੱਬ ਨਹੀਂ, ਅੱਜ ਹਰੇ ਹਰੇ ਦਾ ਮਤਲਬ ਹੈ ਹਰੇ ਹਰੇ ਪਿਆਜ਼, ਵਿੱਚੋਂ ਹਰੇ ਹਰੇ ਕੱਢ ਕੇ ਰੱਖ ਦੇ। ਜਿਹੜੀ ਚੀਜ਼ ਅਸਾਂ ਵਰਤਣੀ ਹੁੰਦੀ ਉਹਨੂੰ ਅਸੀਂ ਹਰੇ ਹਰੇ ਕਹਿ ਕੇ ਵਰਤ ਲੈਂਦੇ ਹਾਂ। ਜੋ ਕੁਝ ਅਸੀਂ ਆਪਣੇ ਗਿਆਨ ਗ੍ਰਸਤ ਦਾ ਜਿਹੜਾ ਵਿਆਖਿਆ ਅਸੀਂ ਕਰ ਦਿੱਤੀ, ਇਸ ਤਰ੍ਹਾਂ ਦਾ ਗ੍ਰਸਤੀ ਗੁਰੂ ਸਾਹਿਬ ਨੇ ਨਹੀਂ ਸੀ ਬਣਾਇਆ ਕਿ ਜੋ 24 ਘੰਟਿਆਂ ਦੇ ਵਿੱਚ 18 ਘੰਟੇ ਧਨ ਕਮਾਏ ਤੇ ਫਿਰ ਬਾਕੀ ਸਮਾਂ ਆਰਾਮ ਕਰੇ, ਫਿਰ ਧਨ ਕਮਾਏ ਤੇ ਧਨ। ਇਸ ਤਰ੍ਹਾਂ ਦਾ ਗ੍ਰਸਤੀ ਨਹੀਂ ਸੀ ਬਣਾਇਆ। ਗੁਰੂ ਸਾਹਿਬ ਨੇ ਕਿਹਾ ਸੀ ਨਿਰਵਾਣ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ। ਗ੍ਰਸਤ ਉਹਨਾਂ ਕੁ ਕੰਮ ਕਰੇ ਜਿੰਨਾ ਗੁਜ਼ਾਰਾ ਉਹਦੀ ਲੋੜ ਹੈ। ਕਿਹੜੇ ਲੋਕ ਗ੍ਰਸਤ ਵਿੱਚ ਨਿਰਵਾਣ ਨੇ? ਜਿਹੜੇ ਅਨਦਿਨ ਕੀਰਤਨ, ਜਿਹੜੇ ਦਿਨ ਰਾਤ ਵਾਹਿਗੁਰੂ ਦੀ ਉਸਤਤ ਆਪਣੇ ਮਨ ਵਿੱਚ ਬਖਿਆਨ ਕਰਦੇ ਰਹਿੰਦੇ, ਬੋਲਦੇ ਰਹਿੰਦੇ, ਉਹ ਗ੍ਰਸਤੀ ਨਿਰਵਾਣ ਭਾਵ ਉੱਚੀ ਦਸ਼ਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸਾਹਿਬ ਕਹਿੰਦੇ ਇੱਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਆ ਜਮ ਕੀ ਫਾਸਾ। ਜਿਸ ਮਨੁੱਖ ਦੀ ਆਸ ਤੇ ਇੱਛਾ ਸ਼ਕਤੀ ਇੱਕ ਤੇ ਆ ਕੇ ਰੁਕ ਜਾਂਦੀ, ਇੰਨਾ ਦ੍ਰਿੜ ਹੋ ਜਾਂਦਾ ਹੈ, ਇੰਨਾ ਵਿਸ਼ਵਾਸ ਉਹਦੇ ਵਿੱਚ ਸੰਘਣਾ ਹੋ ਜਾਂਦਾ ਹੈ, ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ, ਭਾਵ ਮੌਤ ਤੋਂ ਪਾਰ ਚਲਾ ਜਾਂਦਾ। ਪਾਰ ਬ੍ਰਹਮ ਕੀ ਜਿਸ ਮਨ ਭੂਖ,
ਨਾਨਕ ਤਿਸਹਿ ਨਾ ਲਾਗਹਿ ਦੁਖ। ਜਿਸ ਮਨੁੱਖ ਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਜਾਏ ਫਿਰ ਉਹਨੂੰ ਸੰਸਾਰ ਦੇ ਦੁੱਖ ਨਹੀਂ ਲੱਗਦੇ। ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨਾ ਲਾਗੈ ਦੁਖ। ਭੁੱਖ ਲੱਗਣੀ ਦੁੱਖਾਂ ਦੀ ਨਾਸ਼ ਖਤਮ ਕਰਨ ਵਾਲੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ